Natural Vegetation, Wildlife and Soil, Part First, Geography, Class 10th, PSCB Board। ਮੈਂ ਸੁਰਿੰਦਰ ਕੁਮਾਰ ਅੱਜ ਬਹੁਤ ਦਿਨਾਂ ਬਾਅਦ ਜਿਹੜਾ ਕਿ SST ਦਾ ਇੱਕ ਸੈਸ਼ਨ ਲੈ ਕੇ ਆਇਆ ਵਾਂ ਕਲਾਸ 10th ਦਾ ਜਿਓਗ੍ਰਾਫੀ ਪਾਰਟ ਦਾ। ਬਹੁਤ ਸਾਰੇ ਬੱਚਿਆਂ ਦੇ ਕਮੈਂਟ ਸੀਗੇ ਮੇਰੇ ਲਈ ਵੀ ਸਰ ਤੁਸੀਂ ਸਾਨੂੰ SST ਦੇ ਜਿਹੜੇ ਲੈਸਨਸ ਨੇ ਉਹ ਪੜ੍ਹਾਓ, ਜਿਹੜੇ ਲੈਸਨ ਸੀਗੇ ਉਹਨਾਂ ਦੀ ਵੀਡੀਓਜ਼ ਬਣਾਓ। ਅਤੇ ਅੱਜ ਉਹ ਲੈਸਨਸ ਜਿਹੜੇ ਨੇ ਮੈਂ ਉਹ ਇੱਥੇ ਡਿਸਕਸ ਕਰਨ ਜਾ ਰਿਹਾ, ਜਿਹੜਾ ਕਿ ਮੈਂ ਅੱਜ ਸੈਕਿੰਡ ਟਰਮ ਦੇ ਵਿੱਚੋਂ ਫਸਟ ਲੈਸਨ ਚੂਜ਼ ਕੀਤਾ ਵਾ ਦੀ ਨੈਚੁਰਲ ਵੈਜੀਏਸ਼ਨ, ਵਾਈਲਡ ਲਾਈਫ ਐਂਡ ਸੋਇਲ। ਅੱਜ ਅਸੀਂ ਇਸ ਪੂਰੇ ਚੈਪਟਰ ਦੇ ਬਾਰੇ ਡਿਸਕਸ ਕਰਾਂਗੇ ਅਤੇ ਟਰਾਈ ਕਰਾਂਗੇ ਇਹਨੂੰ ਬੜੇ ਇੰਟਰਸਟਿੰਗ ਵੇ ਦੇ ਨਾਲ ਮੈਂ ਤੁਹਾਨੂੰ ਸਮਝਾ ਸਕਾਂ ਅਤੇ ਸਾਰੀਆਂ ਚੀਜ਼ਾਂ ਨੂੰ ਕੋਰਿਲੇਟ ਕਰ ਸਕਾਂ। ਤੁਸੀਂ ਵੀ ਇਸੇ ਤਰੀਕੇ ਨਾਲ ਮੇਰੇ ਨਾਲ ਜੁੜੇ ਰਹੋ ਅਤੇ ਮੈਂ ਆਈ ਹੋਪ, ਵੈਸੇ ਤਾਂ ਮੈਂ ਸਾਰਿਆਂ ਤੋਂ ਸੌਰੀ ਮੰਗਣਾ ਚਾਹੁੰਦਾ ਵੀ ਇਸ ਵੀਡੀਓ ਬਣਾਉਣ ਦੇ ਵਿੱਚ ਕਾਫੀ ਟਾਈਮ ਲੱਗ ਗਿਆ, ਬਟ ਹੁਣ ਜਿਹੜਾ ਸੈਸ਼ਨ ਹੋਏਗਾ ਉਹ ਰੈਗੂਲਰ 1 ਜਾਂ 2 ਦਿਨ ਬਾਅਦ ਤੁਹਾਨੂੰ ਜ਼ਰੂਰ ਨਵੀਂ ਵੀਡੀਓਜ਼ ਜ਼ਰੂਰ ਅਪਲੋਡ ਹੋਣਗੀਆਂ। ਵਿਦਆਊਟ ਵੇਸਟਿੰਗ ਯੂਅਰ ਟਾਈਮ ਆਪਾਂ ਸਟਾਰਟ ਕਰਦੇ ਹਾਂ ਸੈਸ਼ਨ ਨੂੰ। ਦੇਖੋ ਸੈਸ਼ਨ ਜਿਹੜਾ ਵਾ ਚੈਪਟਰ ਦੇ ਨਾਮ ਤੋਂ ਹੀ ਸਾਨੂੰ ਕਲੀਅਰ ਹੁੰਦਾ ਹੈ ਨੈਚੁਰਲ ਵੈਜੀਏਸ਼ਨ, ਯਾਨੀ ਕਿ ਕੁਦਰਤੀ ਬਨਸਪਤੀ ਅਤੇ ਵਾਈਲਡ ਲਾਈਫ, ਜੰਗਲੀ ਲਾਈਫ ਅਤੇ ਮਿੱਟੀ ਦੇ ਉੱਤੇ ਬੇਸਡ ਹੈ। ਅਰਲੀਅਰ ਚੈਪਟਰਸ ਦੇ ਵਿੱਚ ਜਿਹੜਾ ਅਸੀਂ ਫਸਟ ਟਰਮ ਦੇ ਵਿੱਚ ਪੜ੍ਹਿਆ ਸੀ ਉਹਦੇ ਵਿੱਚ ਅਸੀਂ ਕਲਾਈਮੇਟ ਪੜ੍ਹਿਆ ਵਾ, ਜਾਂ ਅਸੀਂ ਗਰਾਊਂਡ ਵਾਟਰ ਜਾਂ ਹੋਰ ਡਿਫਰੈਂਟ ਰੀਜ਼ਨ ਦੇ ਬਾਰੇ ਪੜ੍ਹਿਆ ਸੀਗਾ, ਜਿਹੜਾ ਕਿ ਹਰ ਇੱਕ ਚੀਜ਼ ਜਿਹੜੀ ਆ ਉਹਨਾਂ ਉੱਤੇ ਡਿਪੈਂਡੈਂਟ ਆ, ਕਿਉਂਕਿ ਇਹ ਕੀ ਆ ਜੋਗ੍ਰਾਫੀਕਲ ਡਿਸਟਰੀਬਿਊਸ਼ਨ ਹੋਈਆਂ ਨੇ ਹਰ ਇੱਕ ਚੀਜ਼ ਦੀਆਂ। ਹਰ ਇੱਕ ਚੀਜ਼ ਦੀ ਆਪਣੀ ਆਪਣੀ ਡਿਸਟਰੀਬਿਊਸ਼ਨ ਬਣੀ ਹੋਈਆਂ, ਜਿਵੇਂ ਉਹ ਟੈਂਪਰੇਚਰ, ਮੋਇਸਚਰ, ਰੇਨਫਾਲ, ਸਨੋ, ਇਹੋ ਜਿਹੀਆਂ ਚੀਜ਼ਾਂ ਦੇ ਨਾਲ ਉਹ ਡਿਫਰੈਂਟ ਬਣੇ ਹੋਏ ਨੇ। ਤਾਂ ਉੱਥੇ ਡਿਫਰੈਂਟ ਤਰ੍ਹਾਂ ਦੀਆਂ ਹੀ ਵੈਜੀਏਸ਼ਨ ਦੇਖਣ ਨੂੰ ਮਿਲਣੀ ਆ। ਹੁਣ ਅੱਗੇ ਟੌਪਿਕ ਆ, ਦੇਖੋ ਨੈਚੁਰਲ ਵੈਜੀਏਸ਼ਨ। ਨੈਚੁਰਲ ਵੈਜੀਏਸ਼ਨ ਕੀ ਹੁੰਦਾ, ਕੁਦਰਤੀ ਬਨਸਪਤੀ ਕੀ ਹੁੰਦੀ ਆ? ਉਹ ਟਰੀ, ਪਲਾਂਟਸ, ਟਰੀਜ਼, ਗਰਾਸ ਜਿਹੜੇ ਕਿ ਵਿਦਆਊਟ ਹਿਊਮਨ ਇੰਟਰਫੇਰੈਂਸ, ਇੱਕ ਬੰਦੇ ਦੀ ਬਿਨਾਂ ਇੰਟਰਫੇਰੈਂਸ ਤੋਂ ਜਿਹੜੇ ਉੱਗ ਜਾਂਦੇ ਆ, ਬਿਨਾਂ ਬੰਦੇ ਦੀ ਇੰਟਰਫੇਰੈਂਸ ਤੋਂ ਉੱਗ ਜਾਂਦੇ ਆ, ਤਾਂ ਉਹਨੂੰ ਅਸੀਂ ਨੈਚੁਰਲ ਵੈਜੀਏਸ਼ਨ ਕਹਿੰਦੇ ਹਾਂ, ਜਿਹੜੇ ਕਿ ਕੁਦਰਤ ਦੁਆਰਾ ਉੱਗਦੇ ਆ। ਇਹ ਨਸੈਸਰੀ ਨੇ, ਕਿਉਂਕਿ ਇਹ ਫੋਰੈਸਟ ਜਿਹੜੇ ਨੇ ਉਹ ਵੀ ਇਹਨਾਂ ਵਿੱਚ ਹੀ ਆਉਂਦੇ ਆ। ਤਾਂ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਲਈ ਬਹੁਤ ਜ਼ਿਆਦਾ ਯੂਜ਼ਫੁਲ ਨੇ। ਇਹਨਾਂ ਵਿੱਚ ਬਹੁਤ ਤਰ੍ਹਾਂ ਦੀਆਂ ਡਿਫਰੈਂਟ ਸਪਾਈਸਿਸ ਜਿਹੜੀਆਂ ਨੇ, ਟਰੀਜ਼ ਜਿਹੜੇ ਨੇ ਉਹ ਗਰੋ ਕਰਦੇ ਆ ਟਾਈਮ ਟੂ ਟਾਈਮ ਡਿਫਰੈਂਟ ਏਰੀਆਜ਼ ਦੇ ਵਿੱਚ। ਤਾਂ ਇਹ ਸਾਨੂੰ ਹੈਲਪ ਕਰਦੇ ਆ ਇਨਵਾਇਰਮੈਂਟ ਨੂੰ ਵਧੀਆ ਬਣਾਉਣ ਦੇ ਲਈ। ਅਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਣੇ ਆਪ ਉੱਗ ਜਾਂਦੀਆਂ ਨੇ, ਆਪਣੇ ਆਪ ਗਰੋ ਕਰਦੀਆਂ ਨੇ, ਤਾਂ ਉਹਨੂੰ ਅਸੀਂ ਵੈਜੀਏਸ਼ਨ ਕਹਿ ਦਿੰਦੇ ਹਾਂ, ਬਨਸਪਤੀ ਕਹਿ ਦਿੰਦੇ ਹਾਂ। ਹਰੇਕ ਏਰੀਆ ਦੀ ਡਿਫਰੈਂਟ ਬਨਸਪਤੀ ਹੁੰਦੀ ਆ। ਇਹਦੇ ਵਿੱਚ ਇਹੀ ਦੱਸਿਆ ਯਾਰ ਪੂਰੇ ਪੈਰੇ ਦੇ ਵਿੱਚ ਵੀ ਜਿਹੜਾ ਇਨਵਾਇਰਮੈਂਟ ਆ ਉਹਦੇ ਨਾਲ ਕੋਰਿਲੇਟ ਕਰਕੇ ਹੀ ਇਹ ਸਪਾਈਸਿਸ ਜਿਹੜੀਆਂ ਨੇ ਉੱਗਦੀਆਂ ਨੇ। ਹਰੇਕ ਜਿਹੜੀਆਂ ਸਪਾਈਸਿਸ ਨੇ ਉਹ ਡਿਫਰੈਂਟ ਏਰੀਆ ਦੇ ਵਿੱਚ ਡਿਫਰੈਂਟ ਤਰ੍ਹਾਂ ਦੀਆਂ ਹੁੰਦੀਆਂ ਨੇ। ਜਿਵੇਂ ਜਿੱਥੇ ਹਿਮਾਲਿਆ ਵਾ ਨਾਰਥ ਦੇ ਵਿੱਚ, ਨਾਰਥਨ ਵੈਸਟਰਨ ਗ੍ਰੇਟ ਪਲੇਨਸ, ਇਹੋ ਜਿਹੇ ਏਰੀਆ ਦੇ ਵਿੱਚ ਡਿਫਰੈਂਟ ਕਲਾਈਮੇਟਸ ਹੁੰਦੇ ਆ ਅਤੇ ਡਿਫਰੈਂਟ ਏਰੀਆ ਹੁੰਦਾ ਵਾ, ਡਿਫਰੈਂਟ ਐਟਮੋਸਫੀਅਰ ਹੁੰਦੇ ਆ। ਤਾਂ ਉੱਥੇ ਉਹੋ ਜਿਹੀ ਵੈਜੀਏਸ਼ਨ ਸਾਨੂੰ ਦੇਖਣ ਨੂੰ ਮਿਲੂਗੀ। ਬਹੁਤ ਸਾਰੀਆਂ ਜਿਹੜੀਆਂ ਫੋਰਨ ਸਪਾਈਸਿਸ ਹੁੰਦੀਆਂ ਨੇ ਉਹ ਸਾਡੀ ਜਿਹੜੀ ਲੋਕਲ ਵੈਜੀਏਸ਼ਨ ਆ ਉਹਨੂੰ ਬਹੁਤ ਜ਼ਿਆਦਾ ਇਫੈਕਟ ਕਰਦੀਆਂ ਨੇ। ਇਹ ਕੀ ਹੁੰਦੀਆਂ ਨੇ, ਸਾਡੀਆਂ ਜਿਹੜੀਆਂ ਲੋਕਲ ਵੈਜੀਏਸ਼ਨ ਆ ਉਹਨੂੰ ਖ਼ਤਮ ਕਰਦੀ ਜਾ ਰਹੀ ਹੈ। ਤਾਂ ਇਹ ਬਹੁਤ ਜ਼ਿਆਦਾ ਹਾਰਮਫੁਲ ਹੈ ਸਾਡੇ ਲਈ। ਇਹ ਡਿਫਰੈਂਟ ਤਰ੍ਹਾਂ ਦੀਆਂ ਡਿਜ਼ੀਜ਼ ਵੀ ਫੈਲਾ ਰਹੀ ਆ, ਵਾਟਰ ਰਿਸੋਰਸ ਨੂੰ ਵੀ ਖ਼ਰਾਬ ਕਰ ਰਹੀਆਂ ਨੇ। ਤਾਂ ਇਹੋ ਜਿਹੀਆਂ ਵੀ ਬਹੁਤ ਸਾਰੀਆਂ ਵੈਜੀਏਸ਼ਨ ਹੁੰਦੀਆਂ ਨੇ ਜਿਹੜੀਆਂ ਸਾਡੀ ਵੈਜੀਏਸ਼ਨ ਨੂੰ ਇਫੈਕਟ ਕਰਦੀਆਂ ਨੇ। ਉਸ ਤੋਂ ਬਾਅਦ ਹੈ ਦੇਖੋ ਐਕਸਟੈਂਸ਼ਨ ਆਫ, ਜਿਹੜਾ ਇਹਦੇ ਵਿੱਚ ਸਾਰਾ ਕੁਛ ਇਹੀ ਦੱਸਿਆ ਗਿਆ ਵੀ ਇਹ ਬਹੁਤ ਤਰ੍ਹਾਂ ਦੀਆਂ ਪ੍ਰੋਬਲਮਸ ਕ੍ਰੀਏਟ ਕਰਦੀਆਂ ਨੇ। ਵਾਥਿੰਗਸ ਦੀਆਂ ਕਰ ਸਕਦੇ ਹਾਂ, ਤੁਹਾਨੂੰ ਬਰੀਥ ਦੀਆਂ ਪ੍ਰੋਬਲਮ, ਸਕਿਨ ਦੀਆਂ ਪ੍ਰੋਬਲਮ, ਬਹੁਤ ਸਾਰੀਆਂ ਅਜਿਹੀਆਂ ਪ੍ਰੋਬਲਮਸ ਅਰਾਈਜ਼ ਹੁੰਦੀਆਂ ਨੇ ਜਿਹੜੀਆਂ ਕਿ ਫੋਰਨ ਕੰਟਰੀਜ਼ ਤੋਂ ਆਉਣ ਵਾਲੀਆਂ ਡਿਫਰੈਂਟ ਵੈਜੀਏਸ਼ਨ ਦੇ ਕਰਕੇ ਹੁੰਦੀਆਂ ਨੇ, ਜਿਹੜੀਆਂ ਅਨਨੈਸੈਸਰੀ ਹੁੰਦੀਆਂ ਨੇ, ਆਪਣੇ ਆਪ ਉੱਗ ਜਾਂਦੀਆਂ ਨੇ। ਅਤੇ ਇਹਨਾਂ ਨੂੰ ਰਿਮੂਵ ਕਰਨ ਦੇ ਵਿੱਚ ਸਾਡੀ ਕੋਸਟ ਬਹੁਤ ਜ਼ਿਆਦਾ ਪੈ ਜਾਂਦੀ ਹੈ। ਤਾਂ ਇਸ ਕਰਕੇ ਸਾਨੂੰ ਗੌਰਮੈਂਟ ਜਾਂ ਹੋਰ ਸਾਰੇ ਲੋਕਾਂ ਨੂੰ ਇਹ ਚੀਜ਼ਾਂ ਚਾਹੀਦੀਆਂ ਜਿਹੜੀਆਂ ਸਾਡੀਆਂ ਕੁਦਰਤੀ ਵੈਜੀਏਸ਼ਨ ਆ, ਜੋ ਨੈਚੁਰਲ ਵੈਜੀਏਸ਼ਨ ਆ, ਸਾਨੂੰ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ। ਅਤੇ ਫੋਰਨ ਜਿਹੜੀਆਂ ਸਾਡੀਆਂ ਵੈਜੀਏਸ਼ਨ ਨੇ ਉਹਨਾਂ ਨੂੰ ਰੋਕਣ ਦੇ ਵਿੱਚ ਹੈਲਪ ਕਰਨੀ ਚਾਹੀਦੀ ਹੈ। ਅੱਗੇ ਹੈ ਸਾਡੇ ਕੋਲ ਐਕਸਟੈਂਡ ਆਫ ਦੀ ਨੈਚੁਰਲ ਵੈਜੀਏਸ਼ਨ। ਕੁਦਰਤੀ ਬਨਸਪਤੀ ਕਿਸ ਤਰੀਕੇ ਨਾਲ ਐਕਸਟੈਂਡ ਹੋਈ ਆ? ਇਹ ਇਕੋਲੋਜਿਕ ਬੈਲੈਂਸ ਦੇ ਲਈ ਬਹੁਤ ਜ਼ਿਆਦਾ ਨੈਸੈਸਰੀ ਆ। ਹਰੇਕ ਕੰਟਰੀ ਦੇ ਵਿੱਚ 33% ਜਿਹੜਾ ਏਰੀਆ ਵਾ ਉਹ ਕਵਰ ਹੋਇਆ ਫੋਰੈਸਟ ਦੇ ਵਿੱਚ, ਅਤੇ ਸਾਡੀ ਕੰਟਰੀ ਦੇ ਵਿੱਚ ਵੀ 29.5% ਜਿਹੜਾ ਟੋਟਲ ਏਰੀਆ ਵਾ ਉਹ ਫੋਰੈਸਟ ਨੇ ਕਵਰ ਕੀਤਾ ਹੈ। ਅਤੇ ਇੰਡੀਆ ਵਿੱਚ ਓਨਲੀ 74.1 ਮਿਲੀਅਨ ਹੈਕਟੇਅਰ, ਜਾਣੀ ਕਿ 22.7% ਜਿਹੜਾ ਟੋਟਲ ਏਰੀਆ ਵਾ ਉਹ ਫੋਰੈਸਟ ਦੇ ਅੰਡਰ ਆ। ਅਤੇ ਇਹ ਬਹੁਤ ਜ਼ਿਆਦਾ ਲੋਅਰ ਆ ਜੇਕਰ ਅਸੀਂ ਕੰਪੇਅਰ ਕਰੀਏ ਜਿਹੜੀ ਸਾਡੀ ਨੈਸ਼ਨਲ ਫੋਰੈਸਟ ਪੋਲਿਸੀ ਸੀ 1991 ਦੇ ਵਿੱਚ। ਇਹ ਹਾਈਲਾਈਟ ਕਰ ਲੈਣੀ ਹੈ ਵੀ ਨੈਸ਼ਨਲ ਜਿਹੜੀ ਸਾਡੀ ਫੋਰੈਸਟ ਪੋਲਿਸੀ ਸੀ 1951 ਦੇ ਵਿੱਚ ਅਸੀਂ ਡਿਸਾਈਡ ਕੀਤਾ ਸੀ ਵੀ ਸਾਡੀ ਜਿਹੜੀ ਸਾਡੇ ਫੋਰੈਸਟ ਦਾ ਏਰੀਆ ਹੋਏਗਾ ਉਹ 33.3 ਹੋਏਗਾ, ਬਟ ਅਸਲ ਦੇ ਵਿੱਚ ਸਾਡੇ ਕੋਲ ਕਿੰਨਾ ਵਾ 22.7%। ਤਾਂ ਇਹ ਬਹੁਤ ਜ਼ਿਆਦਾ ਕੰਪੈਰੀਵ, ਜੇਕਰ ਅਸੀਂ ਦੂਸਰੀ ਚੀਜ਼ਾਂ ਨਾਲ ਕੰਪੇਅਰ ਕਰੀਏ ਤਾਂ ਇੰਡੀਆ ਦੇ ਵਿੱਚ ਬਹੁਤ ਘੱਟ ਜਿਹੜਾ ਏਰੀਆ ਵਾ ਉਹ ਹੈਗਾ ਵਾ। ਇਸ ਤੋਂ ਇਲਾਵਾ ਜੇਕਰ ਅਸੀਂ ਦੂਸਰੀਆਂ ਕੰਟਰੀਜ਼ ਦੇ ਨਾਲ ਪਰ ਕੈਪਟਾ ਜਿਹੜੀ ਫੋਰੈਸਟ ਏਰੀਆ ਨੂੰ ਡਿਸਾਈਡ ਕਰੀਏ ਤਾਂ ਇੰਡੀਆ ਦੇ ਵਿੱਚ 1.14 ਹੈਕਟੇਅਰ ਆ, ਬਟ ਕੈਨੇਡਾ ਦੇ ਵਿੱਚ 22.7 ਹੈਕਟੇਅਰ ਆ। ਤਾਂ ਇਹ ਬਹੁਤ ਜ਼ਿਆਦਾ ਵੱਡਾ ਵਾ ਅਤੇ ਇੱਥੋਂ ਬਹੁਤ ਸਾਰੀਆਂ ਜ਼ਰੂਰਤਾਂ ਜਿਹੜੀਆਂ ਨੇ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਨੇ। ਇਸ ਤੋਂ ਇਲਾਵਾ USA, ਹੋਰ ਜਿਹੜੇ ਵੱਡੀਆਂ ਡਿਵੈਲਪਿੰਗ ਨੇਸ਼ਨਸ ਨੇ ਉਹਨਾਂ ਦੇ ਵਿੱਚ ਵੀ ਬਹੁਤ ਵਧੀਆ ਜਿਹੜੇ ਫੋਰੈਸਟ ਏਰੀਆ ਨੇ ਉਹ ਮਿਲਦੇ ਨੇ,
ਜੇ ਇੰਡੀਆ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਜਿਹੜਾ ਵੱਡਾ ਫੋਰੈਸਟ ਏਰੀਆ ਮਿਲਦਾ ਵਾ ਉਹ ਸਾਨੂੰ ਮਿਲਦਾ ਵਾ ਤ੍ਰਿਪੁਰਾ ਦੇ ਵਿੱਚ, ਜਿਹੜੇ ਕਿ 59.6% ਆ। ਫਿਰ ਹਿਮਾਚਲ ਪ੍ਰਦੇਸ਼ ਦੇ ਵਿੱਚ 48.1%, ਅਤੇ ਸਾਡੇ ਕੋਲ ਅਰੁਣਾਚਲ ਪ੍ਰਦੇਸ਼ ਵਿੱਚ 45.8। ਐਂ ਤਾਂ ਬਹੁਤ ਸਾਰੇ ਨੇ, ਤਾਂ ਇਹਨਾਂ ਦੇ ਨਾਲ ਸਾਨੂੰ ਇੰਨਾ ਜ਼ਿਆਦਾ ਯਾਦ ਰੱਖਣ ਦੀ ਲੋੜ ਨਹੀਂ। ਸਭ ਤੋਂ ਲੋਐਸਟ ਜਿਹੜਾ ਵਾ ਬਸ ਉਹ ਯਾਦ ਰੱਖਿਆ ਜਾਵੇ, ਸਭ ਤੋਂ ਲੋਐਸਟ ਜਿਹੜਾ ਹੈ ਉਹ ਦਿੱਲੀ ਦੇ ਵਿੱਚ ਆ 2.1%। ਠੀਕ ਹੈ ਜੀ, ਸਭ ਤੋਂ ਘੱਟ ਫੋਰੈਸਟ ਜਿਹੜਾ ਵਾ ਉਹ ਦਿੱਲੀ ਦੇ ਵਿੱਚ ਹੈਗਾ ਵਾ। ਅਤੇ ਬਹੁਤ ਸਾਰੇ ਜਿਹੜੇ ਫੋਰੈਸਟ ਨੇ ਉਹ ਆਪਣੀ ਡਿਫਰੈਂਟ ਏਰੀਆ ਕਰਕੇ ਜਾਣੇ ਜਾਂਦੇ ਆ। ਹੁਣ ਆਹ ਸਭ ਤੋਂ ਜ਼ਿਆਦਾ ਜ਼ਰੂਰੀ ਆ ਦੀ ਕਲਾਸੀਫਿਕੇਸ਼ਨ ਆਫ ਵੈਜੀਏਸ਼ਨ ਡਿਫਰੈਂਟ ਟਾਈਪਸ ਆਫ ਦੀ ਫੋਰੈਸਟ। ਹੁਣ ਦੇਖੋ, ਅਸੈਸਿਬਿਲਿਟੀ ਦੇ ਅਕੋਰਡਿੰਗ ਇਨਐਕਸੈਸਿਬਲ ਫੋਰੈਸਟ ਹੁੰਦੇ ਆ ਅਤੇ ਐਕਸੈਸਿਬਲ ਫੋਰੈਸਟ ਹੁੰਦੇ ਆ। ਲੀਵਸ ਦੇ ਅਕੋਰਡਿੰਗ ਬ੍ਰੌਡ ਲੀਫਡ ਫੋਰੈਸਟ ਹੁੰਦੇ ਆ ਜਾਂ ਕੋਨੀਫਰੀਅਸ ਹੁੰਦੇ ਆ। ਐਡਮਿਨਿਸਟ੍ਰੇਟਿਵ ਅਥਾਰਟੀ ਦੇ ਅਕੋਰਡਿੰਗ ਸਟੇਟ, ਕਮਿਊਨਿਟੀਜ਼, ਪ੍ਰਾਈਵੇਟ ਫੋਰੈਸਟ। ਅਤੇ ਫੋਰੈਸਟ ਲਾਅ ਦੇ ਅਕੋਰਡਿੰਗ ਰਿਜ਼ਰਵਡ, ਪ੍ਰੋਟੈਕਟਿਡ, ਅਨਕਲਾਸੀਫਾਈਡ। ਅਤੇ ਜੋਗਰਾਫੀ ਐਲੀਮੈਂਟਸ ਦੇ ਅਕੋਰਡਿੰਗ ਉਹ ਨੀਚੇ ਦਿੱਤੇ ਗਏ ਨੇ। ਜੋਗਰਾਫੀ ਐਲੀਮੈਂਟਸ ਦੇ ਅਕੋਰਡਿੰਗ ਟਿਪੋਲੀਕਲ ਐਵਰੀਗ੍ਰੀਨ, ਡੈਕਲਿਨਸ ਜਾਂ ਮੌਨਸੂਨਲ, ਡਰਾਈ ਵੈਜੀਏਸ਼ਨ, ਟ੍ਰਿਡਲ ਫੋਰੈਸਟ ਜਾਂ ਮਾਊਂਟੇਨ ਵੈਜੀਏਸ਼ਨ। ਟਾਈਪਸ ਆਫ ਜੇ ਨੈਚੁਰਲ ਵੈਜੀਏਸ਼ਨ ਨੂੰ ਦੇਖੀਏ ਔਨ ਦੀ ਐਕਸੈਸਿਬਿਲਿਟੀ ਦੇ ਅਕੋਰਡਿੰਗ 18% ਜਿਹੜੇ ਫੋਰੈਸਟ ਏਰੀਆ ਵਾ ਇੰਡੀਆ ਦੇ ਵਿੱਚ, ਜਿਹੜੀ ਅਜਿਹੀ ਸਿਚੁਏਸ਼ਨ ਆ ਜਿਹੜੀ ਹਾਈ ਸਲੋਪ ਦੇ ਉੱਤੇ ਆ ਜਿਵੇਂ ਹਿਮਾਲਿਆ ਦੇ ਉੱਤੇ, ਤਾਂ ਇਹਨਾਂ ਦੇ ਉੱਤੇ ਜਿਹੜਾ ਹਿਊਮਨ ਬੀਇੰਗਸ ਜਿਹੜੇ ਨੇ ਉਹ ਇਨਐਕਸੈਸਿਬਲ ਨੇ, ਜਿੱਥੇ ਉਹ ਪਹੁੰਚ ਨਹੀਂ ਸਕਦੇ। 18% ਏਰੀਆ ਇਹੋ ਜਿਹਾ ਵਾ ਜਿਹਦੇ ਉੱਤੇ ਈਜ਼ੀਲੀ ਐਕਸੈਸਿਬਲ ਹੋ ਸਕਦਾ, ਪਹੁੰਚ ਸਕਦਾ ਵਾ ਲੋਕ, ਬਟ ਜਿਹੜੇ ਹਿਮਾਲਿਆ ਦੀ ਸਲੋਪ ਦੇ ਉੱਤੇ ਆ ਜਾਂਦਾ ਉਹਨਾਂ ਉੱਤੇ ਇਨਐਕਸੈਸਿਬਲ ਆ, ਉਹਨਾਂ ਉੱਤੇ ਪਹੁੰਚ ਹੀ ਨਹੀਂ ਸਕਦੇ। ਇਸੇ ਤਰੀਕੇ ਨਾਲ ਸਿਮਿਲਰ ਇਹ ਵੈਲਿਊਏਬਲ ਜਿਹੜੇ ਕੌਨਫੀਡੈਂਸ ਹੁੰਦੇ ਆ, ਇਹਨਾਂ ਦੇ ਲੀਵਸ ਐਕਸਟੈਂਡ ਕਰ ਜਾਂਦੇ ਆ 5.5%। ਟੋਟਲ ਏਰੀਆ ਜਿਹੜਾ ਫੋਰੈਸਟ ਦਾ ਵਾ ਸਟ੍ਰੇਟ ਕਰਦਾ ਵਾ ਉਹਦੀ ਸਲੋਪ ਹਿਮਾਲਿਆ ਦੇ ਉੱਤੇ, ਜਿਹੜਾ ਕਿ ਇਨਐਕਸੈਸਿਬਲ ਆ, ਜਿੱਥੇ ਅਸੀਂ ਪਹੁੰਚ ਨਹੀਂ ਸਕਦੇ, ਉੱਥੇ ਕੋਈ ਟਰਾਂਸਪੋਰਟੇਸ਼ਨ ਫੈਸਿਲਿਟੀ ਨਹੀਂ। ਅਤੇ ਇੱਥੇ ਦੇ ਲੀਫ ਜਿਹੜੇ ਨੇ ਉਹ ਕਾਫੀ ਬਰੋਡ ਨੇ, ਕਾਫੀ ਵੱਡੇ ਨੇ, ਜਿਹਦੇ ਵਿੱਚ ਇੱਕ ਹਿਊਮਨ ਬੀਇੰਗਸ ਜਿਹੜਾ ਵਾ ਉਹ ਯੂਟੀਲਾਈਜ਼ ਨਹੀਂ ਕਰ ਸਕਦਾ। ਅਤੇ ਇਹ ਫੋਰੈਸਟ ਜਿਹੜੇ 95% ਏਰੀਆ ਨੂੰ ਕਵਰ ਕਰਦੇ ਆ। ਥਰਡ ਓਨਲੀ ਬੇਸਿਸ ਸੀਗਾ ਐਡਮਿਨਿਸਟ੍ਰੇਸ਼ਨ ਕੰਟਰੋਲ ਦੇ ਅਕੋਰਡਿੰਗ, ਜਿਹੜੀ ਕਿ ਗੌਰਮੈਂਟ ਕੰਟਰੋਲ ਕਰਦੀ ਆ। 3 ਤਰ੍ਹਾਂ ਦੇ ਹੈੱਡ ਬਣੇ ਹੋਏ ਨੇ ਜਿਹੜੇ ਕਿ ਇਹਨੂੰ ਕੰਟਰੋਲ ਕਰਦੇ ਆ, ਜਿਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਆਉਂਦਾ ਵਾ ਉਹ ਹੈ ਸਾਡੇ ਜਿਹੜੇ ਸਟੇਟ ਗੌਰਮੈਂਟ ਕੰਟਰੋਲ, ਜਿਹੜੀ ਕਿ ਸਟੇਟ ਕੰਟਰੋਲ ਕਰਦੀ ਆ। ਉਹਦੇ ਵਿੱਚ ਡਿਸਟ੍ਰਿਕਟ ਆ ਜਾਂਦੇ ਆ, ਲੋਕਲ ਆ ਜਾਂਦੇ ਆ। ਫਿਰ ਸਾਡੇ ਕੋਲ ਜਿਹੜਾ ਏਰੀਆ ਸੀਗਾ ਕਮਿਊਨਿਟੀ ਦੇ ਅਕੋਰਡਿੰਗ, ਜਿਹੜਾ ਕਿ ਇੱਕ ਕਮਿਊਨਿਟੀ ਫੋਰੈਸਟ ਹੁੰਦੀ ਹੈ, ਇੱਕ ਕਮਿਊਨਿਟੀ ਉਹਨੂੰ ਫੋਲੋ ਕਰਦੀ ਹੈ। ਇੱਕ ਪ੍ਰਾਈਵੇਟ ਹੁੰਦੇ ਆ ਜਿਹੜੇ ਕਿ ਇੱਕ ਕਾਮਨ ਪੀਪਲ ਜਾਂ ਇੱਕ ਕਾਮਨ ਬੰਦਾ ਆਈ ਉਹਨੂੰ ਆਪਰੇਟ ਕਰਦਾ ਵਾ, ਉਹਦੀ ਟਿਕਟ ਚਾਰਜ ਕਰਦਾ ਵਾ। ਫੋਰੈਸਟ ਅਗੇਨ ਡਿਵਾਈਡ ਕੀਤੇ ਗਏ ਨੇ 3 ਪਾਰਟਸ ਦੇ ਵਿੱਚ ਔਨ ਦੀ ਬੇਸਿਸ ਆਫ ਪ੍ਰੋਪਰ ਯੂਟੀਲਾਈਜੇਸ਼ਨ, ਕੰਟਰੋਲ ਅਤੇ ਲੀਗਲ ਪ੍ਰੋਟੈਕਸ਼ਨ ਦੇ ਅਕੋਰਡਿੰਗ। ਅਤੇ ਇਹਨਾਂ ਨੂੰ ਜਿਹੜੇ ਗੌਰਮੈਂਟ ਦੇ ਅੰਡਰ ਆਉਂਦੇ ਆ ਉਹਨੂੰ ਰਿਜ਼ਰਵਡ ਕਿਹਾ ਜਾਂਦਾ। ਇਹਨੂੰ ਕਿ ਗੌਰਮੈਂਟ ਨੇ ਸਾਰਾ ਕੁਝ ਦੇਖਣਾ ਵਾ, ਜਿਹਦੇ ਵਿੱਚ ਉਹਦੇ ਸੋਇਲ ਏਰੇਸ਼ਨਸ, ਇਨਵਾਇਰਮੈਂਟ, ਸਪਲਾਈ ਆਫ ਟਿੰਬਰ, ਇਹ ਸਾਰਾ ਕੁਝ ਉਹ ਦੇਖਦੀ ਆ, ਤਾਂ ਉਹਨੂੰ ਕੰਟਰੋਲਡ ਕਿਹਾ ਜਾਂਦਾ। ਅਨਕੰਟਰੋਲਡ ਉਹ ਕਿਹੜੇ ਹੁੰਦੇ ਆ? ਉਹ ਫੋਰੈਸਟ ਜਿਨ੍ਹਾਂ ਉੱਤੇ ਗੌਰਮੈਂਟ ਦਾ ਕੋਈ ਕੰਟਰੋਲ ਨਹੀਂ, ਅਤੇ ਉਹ ਆਪਣੇ ਅਕੋਰਡਿੰਗ ਜਿਹੜੇ ਲੋਕ ਨੇ ਉਹ ਉਹਨੂੰ ਯੂਜ਼ ਕਰਦੇ ਆ। ਬਿਸਾਈਡ ਅਬਵ ਇਹਨਾਂ ਨੂੰ ਹੋਰ ਵੀ ਜਿਹੜੇ ਕਲਾਸੀਫਿਕੇਸ਼ਨ ਕੀਤੀ ਗਏ ਆ, ਇਨਡਾਇਰੈਕਟਲੀ ਇਨਫਲੂਐਂਸ ਕਰਦੇ ਆ ਜੋਗਰਾਫੀਕਲ ਇਨਵਾਇਰਮੈਂਟ ਨੂੰ, ਜਿਹੜੇ ਕਿ ਕੁਛ ਅਜਿਹੇ ਏਰੀਏ ਨੇ ਜਿਹੜੇ ਕਿ ਜੋਗਰਾਫੀਕਲ ਇਨਵਾਇਰਮੈਂਟ ਦੇ ਅਕੋਰਡਿੰਗ ਵੀ ਆਪਣੇ ਫੋਰੈਸਟ ਜਾਂ ਵੇਜਿਸ ਜਿਹੜੀਆਂ ਨੇ, ਵੈਜੀਏਸ਼ਨ ਨੇ, ਉਹ ਇਫੈਕਟ ਕਰਦੇ ਨੇ। ਹੁਣ ਇਹਨਾਂ ਨੂੰ ਅਲੱਗ-ਅਲੱਗ ਏਰੀਆ ਵਿੱਚ ਵੰਡਿਆ ਗਿਆ। ਜਿਵੇਂ ਪਹਿਲੀ ਹੈਗੀ ਆ ਟਪੋਲੀਕਲ ਐਵਰਗ੍ਰੀਨ। ਇਹ ਕੁਛ ਅਜਿਹੀ ਫੋਰੈਸਟ ਹੁੰਦੇ ਆ ਜਿਹੜੇ ਕਿ ਹਾਈ ਰੇਨਫਾਲ ਦੇ ਉੱਤੇ ਹੁੰਦੇ ਆ। ਕਿੱਥੇ ਹੁੰਦੇ? ਜਿੱਥੇ ਬਹੁਤ ਜ਼ਿਆਦਾ ਵਰਖਾ ਹੁੰਦੀ ਹੈ, ਜਿੱਥੇ ਕੀ ਹੁੰਦੀ ਆ ਬਹੁਤ ਜ਼ਿਆਦਾ ਮੀਂਹ ਪੈਂਦਾ ਵਾ, ਹਾਈ ਰੇਨਫਾਲ ਹੁੰਦਾ ਵਾ, ਉੱਥੇ ਫੋਰੈਸਟ ਨੇ ਜਿਹੜੇ ਦੇਖਣ ਨੂੰ ਮਿਲਦੇ ਆ। ਇਹਨਾਂ ਨੂੰ ਅਸੀਂ ਰੇਨ ਫੋਰੈਸਟ ਵੀ ਕਹਿੰਦੇ ਆ। ਇਹਨਾਂ ਦਾ ਜਿਹੜਾ ਏਰੀਆ ਹੁੰਦਾ, ਦੇਖੋ ਇਹ ਏਰੀਆ ਜਿਹੜਾ ਨੇ ਇਹ ਵੈਸਟਰਨ ਅਤੇ ਵੈਸਟਰਨ ਘਾਟ, ਅੰਡੋਮਾਨ ਨਿਕੋਬਾਰ ਇਹੋ ਜਿਹੇ ਏਰੀਆ ਦੇ ਵਿੱਚ ਦੇਖਣ ਨੂੰ ਮਿਲਦੇ ਆ। ਕਲਾਈਮੇਟ ਕੀ ਹੁੰਦਾ? ਇਹ ਵੈਜੀਏਸ਼ਨ ਜਿਹੜੀ ਹੈ ਐਵਰੇਜ ਐਨੂਅਲ ਟੈਂਪਰੇਚਰ ਜਿਹੜਾ ਵਾ 25 ਡਿਗਰੀ ਸੈਲਸੀਅਸ ਤੱਕ ਹੁੰਦਾ, ਅਤੇ ਮੀਂਹ ਜਿਹੜਾ ਹੁੰਦਾ ਵਾ ਉਹ 200 ਸੈਂਟੀਮੀਟਰ ਤੋਂ ਵੀ ਜ਼ਿਆਦਾ ਹੋ ਜਾਂਦਾ ਵਾ। ਹਾਈਟ ਜਿਹੜੀ ਇਹ ਵੈਜੀਏਸ਼ਨ ਦੀ ਹਾਈਟ ਆ ਉਹ 1200 ਮੀਟਰ ਤੱਕ ਚਲੀ ਜਾਂਦੀ ਆ, ਸੀ ਲੈਵਲ ਤੋਂ ਇੰਨੇ ਅਬਵ ਹੁੰਦੇ ਆ। ਅਤੇ ਇਹਦੇ ਵਿੱਚ ਜਿਹੜੇ ਟਰੀਜ਼ ਦੀ ਹਾਈਟ ਹੁੰਦੀ ਆ ਉਹ 30 ਤੋਂ 60 ਮੀਟਰ ਤੱਕ ਬਹੁਤ ਜ਼ਿਆਦਾ ਉੱਚੇ ਚਲੇ ਜਾਂਦੇ ਆ। ਠੀਕ ਹੈ, ਅਤੇ ਇੰਪੋਰਟੈਂਟ ਟਰੀ ਇਹਦੇ ਵਿੱਚ ਬਹੁਤ ਸਾਰੇ ਇੰਪੋਰਟੈਂਟ ਟਰੀ ਨੇ। ਆ ਦਿਖਾਇਆ ਗਿਆ ਵੈਜੀਏਸ਼ਨ, ਜਿਹੜਾ ਦਿਖਾਇਆ ਗਿਆ ਮਾਊਂਟੇਨ ਵੈਜੀਏਸ਼ਨ, ਜਿਹੜੇ ਕਿ ਸੈਪਰੇਟ ਜਿਹੀ ਲਾਈਨ ਆ ਮਾਊਂਟੇਨਸ ਦੇ ਉੱਤੇ ਆਉਂਦੇ ਆ। ਠੀਕ ਹੈ ਜੀ, ਫਿਰ ਆ ਜਾਂਦਾ ਡੈਜ਼ਰਟ ਵੈਜੀਏਸ਼ਨ, ਜਿਹੜੇ ਕਿ ਡੈਜ਼ਰਟ ਦੇ ਉੱਤੇ ਆਉਂਦੇ ਆ। ਠੀਕ ਹੈ ਜੀ, ਅਤੇ ਆਹ ਹੈਗਾ ਵਾ ਮਾਊਂਟੇਨ। ਫਿਰ ਆ ਗਿਆ ਸਾਡੇ ਕੋਲ ਜਿਹੜਾ ਵਾ ਡੈਜ਼ਰਟ ਆਹ ਵਾਲਾ ਏਰੀਆ ਵਾ, ਇਹ ਸਾਰਾ ਡੈਜ਼ਰਟ ਏਰੀਆ ਵਾ। ਫਿਰ ਸਾਡੇ ਕੋਲ ਆ ਚੁੱਕਿਆ ਵਾ ਟਪੋਲੀਕਲ ਐਵਰਗ੍ਰੀਨ, ਯਾਨੀ ਕਿ ਟਪੋਲੀਕਲ ਆਹ ਵਾਲੇ ਨਹੀਂ। ਠੀਕ ਹੈ ਜੀ, ਫਿਰ ਸਾਡੇ ਕੋਲ ਹੈ ਟਪੋਲੀਕਲ ਐਵਰਗ੍ਰੀਨ। ਇਹ ਮੌਨਸੂਨੀਕਲ ਗ੍ਰੀਨ ਸੀਗੇ, ਇਹ ਐਵਰਗ੍ਰੀਨ ਨੇ ਜਿਹੜੇ ਸਾਡੇ ਕੋਲ। ਠੀਕ ਹੈ ਜੀ, ਜਿਹੜੇ ਐਵਰਗ੍ਰੀਨ ਦੇ ਵਿੱਚ ਆਉਣਗੇ ਉਹ ਆਹ ਵਾਲੇ ਨੇ ਜੀ। ਅਤੇ ਉਸ ਤੋਂ ਬਾਅਦ ਮਾਨਸਰੋਵਰ ਦਾ ਏਰੀਆ ਆ ਸਿਰਫ ਛੋਟਾ ਜਿਹਾ ਵਾ। ਠੀਕ ਹੈ, ਤਾਂ ਇਹ ਕੁਛ ਕੁ ਏਰੀਏ ਨੇ ਜਿਹੜੇ ਕਿ ਸਾਨੂੰ ਦਿਖਾਏ ਗਏ ਨੇ ਮੈਪ ਦੇ ਥਰੂ।
ਤੇ ਮੈਨੂੰ ਡਿਫਰੈਂਟ ਹਾਈਲਾਈਟ ਕੀਤਾ। ਕਰੈਕਟਰਿਸਟਿਕਸ ਕੀ ਨੇ, ਐਵਰਗ੍ਰੀਨ ਰਹਿੰਦੇ ਆ, ਕਾਫੀ ਵਧੀਆ ਨੇ। ਕੋਕੋਨਟ, ਬੰਬੋ ਇਹੋ ਜਿਹੇ ਏਰੀਏ ਜਿਹੜੇ ਨੇ ਉਹ ਇਹਦੇ ਵਿੱਚ ਆਮ ਤੌਰ 'ਤੇ ਦੇਖਣ ਨੂੰ ਮਿਲ ਜਾਂਦੇ ਆ। ਅਤੇ ਉਸ ਤੋਂ ਬਾਅਦ ਇਹ ਕਰੈਕਟਰਿਸਟਿਕਸ ਕੀ ਹੁੰਦੇ ਆ, ਇਹਦੇ ਵਿੱਚ ਸਨਲਾਈਟ ਜਿਹੜੀ ਹੁੰਦੀ ਆ ਉਹ ਬਹੁਤ ਘੱਟ ਆਉਂਦੀ ਆ, ਅਤੇ ਕਾਫੀ ਡਾਰਕ ਹੁੰਦੇ ਆ, ਅਤੇ ਕਾਫੀ ਡੈਂਸ ਏਰੀਆ ਹੁੰਦਾ ਵਾ, ਅਤੇ ਇਹਦੀ ਜਿਹੜੀ ਵੁੱਡਸ ਹੁੰਦੀਆਂ ਨੇ ਉਹ ਬਹੁਤ ਜ਼ਿਆਦਾ ਕੁਆਲਿਟੀਜ਼ ਦੀਆਂ ਹੁੰਦੀਆਂ ਨੇ, ਅਤੇ ਕਾਫੀ ਡੈਂਸ ਹੋਣ ਕਰਕੇ ਇੱਥੇ ਪਿਓਰ ਸਟੈਂਡਰਡ ਜਿਹੜੇ ਨੇ ਗਰਾਊਂਡ ਦੇ ਵਿੱਚ ਉਹ ਦੇਖਣ ਨੂੰ ਨਹੀਂ ਮਿਲਦੇ। ਇਹ ਜਿਹੜੇ ਨੇ ਟਰਾਂਸਪੋਰਟੇਸ਼ਨ ਇਹਦੇ ਵਿੱਚ ਫੈਸਿਲਿਟੀ ਲੈ ਕੇ ਆਉਣੀ ਉਹ ਵੀ ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈ, ਕਿਉਂਕਿ ਕਾਫੀ ਵੱਡੇ ਫੋਰੈਸਟ ਹੁੰਦੇ ਆ। ਉਸ ਤੋਂ ਬਾਅਦ ਆ ਜਾਂਦਾ ਮੌਨਸੂਨੀਕਲ ਵੈਜੀਏਸ਼ਨ। ਇਹ ਜਿਹੜੀ ਵੈਜੀਏਸ਼ਨ ਹੈ ਯੂਜੂਅਲੀ ਇਹ ਸੈਡ ਲੀਫ ਤੋਂ ਬਣੇ ਹੁੰਦੇ ਆ। ਸੈਡ ਲੀਫ ਦਾ ਮਤਲਬ ਵੀ ਜਿਹੜੇ ਪੱਤੇ ਥੱਲੇ ਗਿਰ ਜਾਂਦੇ ਉਹ ਗਲ ਸੜ ਜਾਂਦੇ ਆ, ਅਤੇ ਉਹਨਾਂ ਤੋਂ ਨਵੇਂ ਜਿਹੜੇ ਪੱਤੇ ਨੇ ਉੱਗਦੇ ਆ, ਤਾਂ ਉਹਨਾਂ ਤੋਂ ਇਹ ਜਿਹੜੀਆਂ ਚੀਜ਼ਾਂ ਨੇ ਬਣਦੀਆਂ ਨੇ। ਇੱਥੇ ਜ਼ਿਆਦਾਤਰ ਡਰਾਈ ਏਅਰ ਅਤੇ ਸਨਲਾਈਟ ਜਿਹੜੀ ਹੁੰਦੀ ਆ ਉਹ ਅਵੇਲੇਬਲ ਹੁੰਦੀ ਆ, ਅਤੇ ਕਾਫੀ ਲੰਬੇ ਸਮੇਂ ਤੱਕ ਜਿਹੜਾ ਵਾ ਸੋਇਲ ਦੇ ਵਿੱਚ ਮੋਇਸਚਰ ਜਿਹੜਾ ਵਾ ਉਹ ਬਣਿਆ ਰਹਿ ਜਾਂਦਾ ਵਾ। ਇਹਦੇ ਵਿੱਚ ਹਿਊਮਿਡ ਵਾਲੇ ਆਉਂਦੇ ਆ। ਇਹ ਏਰੀਆ ਕਿੱਥੇ ਹੁੰਦਾ ਵੈਜੀਏਸ਼ਨ ਦਾ, 4 ਏਰੀਆਜ਼ ਦੇ ਵਿੱਚ ਵੰਡਿਆ ਗਿਆ, ਜਿੱਥੇ ਨਾਰਮਲ ਜਿਹੜੀ ਰੇਨਫਾਲ ਆ ਉਹ 100 ਤੋਂ 200 ਸੈਂਟੀਮੀਟਰ ਤੱਕ ਹੁੰਦੀ ਹੈ ਡਿਊਰਿੰਗ ਦੀ ਈਅਰ। ਅਤੇ ਤਰਾਈ ਵਾਲਾ ਏਰੀਆ ਵਾ ਹਿਮਾਲਿਆ ਦੇ ਵਿੱਚ, ਬ੍ਰਹਮਪੁੱਤਰਾ, ਸਪਤਪੁੜਾ ਇਹੋ ਜਿਹੇ ਏਰੀਏ ਹੈਗੇ ਨੇ। ਇਹਦੇ ਵਿੱਚ ਸਪਾਈਸਿਸ ਕਿਹੜੀਆਂ ਮਿਲ ਜਾਂਦੀਆਂ, ਸ਼੍ਰੀ ਸ਼ਾਮਸ, ਸਾਲ, ਨਾਰਥ ਫੋਰੈਸਟ ਇਹੋ ਜਿਹੇ ਏਰੀਏ ਦੇ ਵਿੱਚ ਬਹੁਤ ਸਾਰੀਆਂ ਜਿਹੜੇ ਦਰਖਤ ਨੇ ਉਹ ਮਿਲ ਜਾਂਦੇ ਆ। ਗਰਾਸ ਜਿਹੜੇ ਇਹਦੇ ਵਿੱਚ ਗਰਾਸ ਹੁੰਦੇ ਆ ਉਹ ਕਾਫੀ ਵਧੀਆ ਹੁੰਦੀਆਂ, ਇਹਨੂੰ ਸਾਬਾਈ ਵੀ ਕਿਹਾ ਜਾਂਦਾ ਵਾ, ਜਿਹੜੇ ਕਿ ਤਰਾਈ ਦੇ ਏਰੀਏ ਦੇ ਵਿੱਚ ਦੇਖਣ ਨੂੰ ਮਿਲਦੇ ਆ। ਇਹ ਤੋਂ ਜਿਹੜਾ ਪੇਪਰ ਜਿਹੜਾ ਵਾ ਉਹ ਬਣਾਇਆ ਜਾਂਦਾ ਵਾ। ਉਸ ਤੋਂ ਬਾਅਦ ਹੈ ਸੈਮੀ ਰਿਡਲ, ਜਿਹੜਾ ਇਹ ਹੁੰਦਾ ਇੱਥੇ ਜਿਹੜਾ 50 ਤੋਂ 100 ਸੈਂਟੀਮੀਟਰ ਤੱਕ ਵਰਖਾ ਹੁੰਦੀ ਹੈ। ਏਰੀਆ ਜਿਹੜਾ ਵਾ ਉੱਤਰ ਪ੍ਰਦੇਸ਼, ਪੰਜਾਬ ਦੇ ਵਿੱਚ ਜ਼ਿਆਦਾਤਰ ਦੇਖਣ ਨੂੰ ਮਿਲਦਾ। ਟਰੀਜ਼ ਕਿਹੜੇ ਹੁੰਦੇ ਆ, ਥਲਾਈ, ਕਿੱਕਰ, ਬਾਬੂਲ, ਬਿਆਨਜ਼ ਇਹੋ ਜਿਹੇ ਜਿਹੜੇ ਦਰਖਤ ਜਿਹੜੇ ਨੇ ਉਹ ਇੱਥੇ ਦੇਖਣ ਨੂੰ ਮਿਲਦੇ ਆ। ਗਰਾਸ ਜਿਹੜਾ ਹੁੰਦਾ ਉਹ ਕੰਢੇ ਵਾਲੀਆਂ ਬਨਸਪਤੀ ਦੇਖਣ ਨੂੰ ਜ਼ਿਆਦਾ ਮਿਲਦੀ ਹੈ, ਅਤੇ ਇਹ ਏਰੀਆ ਵਿੱਚ ਲੌਂਗ ਡਿਸਟੈਂਸ ਜਿਹੜਾ ਹੁੰਦਾ ਉਹ ਦੇਖਣ ਨੂੰ ਮਿਲਦਾ। ਫਿਰ ਆਉਂਦਾ ਡੈਜ਼ਰਟ ਅਤੇ ਡਰਾਈ ਵੈਜੀਏਸ਼ਨ। ਇਹ ਵੈਜੀਏਸ਼ਨ ਕਿਹੜੀ ਹੁੰਦੀ ਆ, ਕਾਫੀ ਜ਼ਿਆਦਾ ਡਰਾਈ ਹੁੰਦੀ, ਜਿੱਥੇ ਰੇਨਫਾਲ ਜਿਹੜਾ ਹੁੰਦਾ ਉਹ ਲੈਸ ਦੈਨ 50 ਸੈਂਟੀਮੀਟਰ ਤੋਂ ਵੀ ਘੱਟ ਹੁੰਦਾ ਵਾ, ਅਤੇ ਇੱਥੇ ਕੰਢੇ ਵਾਲੀ ਬਨਸਪਤੀ ਦੇਖਣ ਨੂੰ ਮਿਲਦੀ ਹੈ, ਯਾਨੀ ਕਿ ਥਰੋਨੀ ਵੈਸਟ ਜਿਹੜੇ ਨੇ ਉਹ ਦੇਖਣ ਨੂੰ ਮਿਲ ਜਾਂਦੇ ਆ। ਮੇਜਰ ਟਰੀ ਕਿੱਕਰ, ਬਬੂਲ, ਜੀਂਦ ਇਹੋ ਜਿਹੇ ਜਿਹੜੇ ਨੇ ਕੰਢੇ ਵਾਲੇ ਦਰਖਤ ਜਿਹੜੇ ਨੇ ਉਹ ਇੱਥੇ ਮਿਲ ਜਾਂਦੇ ਆ। ਏਰੀਆ ਕੀ ਹੁੰਦਾ ਹੈ ਅੰਡਰ ਵੈਜੀਏਸ਼ਨ, ਜਿਹੜਾ ਰਾਜਸਥਾਨ ਦਾ ਏਰੀਆ ਜਿਹੜਾ ਵਾ ਅਰਾਵਲੀ ਮਾਊਂਟੇਨਸ ਤੋਂ ਲੈ ਕੇ ਸਾਰਾ ਏਰੀਆ ਜਿਹੜਾ ਵਾ ਉਹ ਡਰਾਈ ਵੈਜੀਏਸ਼ਨ ਦੇ ਵਿੱਚ ਆਉਂਦਾ। ਫਿਰ ਆਉਂਦਾ ਟੀਡਲ ਵੈਜੀਏਸ਼ਨ। ਟੀਡਲ ਵੈਜੀਏਸ਼ਨ ਜਿਹੜੀ ਆ ਡੈਲਟਿਕ ਏਰੀਆ ਦੇ ਵਿੱਚ ਮਿਲਦੀ ਹੈ, ਜਿੱਥੇ ਡੈਲਟਾ ਬਣਦਾ ਵਾ, ਜਿਵੇਂ ਗੰਗਾ, ਬ੍ਰਹਮਪੁੱਤਰਾ, ਕ੍ਰਿਸ਼ਨਾ ਇਹੋ ਜਿਹੀਆਂ ਨਦੀਆਂ ਜਿਹੜੀਆਂ ਬਣਾਉਂਦੀਆਂ ਨੇ ਉਹਨਾਂ ਏਰੀਆ ਦੇ ਵਿੱਚ ਇਹ ਜ਼ਿਆਦਾ ਮਿਲਦੀ ਹੈ। ਇਹ ਜ਼ਿਆਦਾਤਰ ਫਰਟਾਈਲ ਹੁੰਦੀਆਂ ਨੇ, ਅਤੇ ਇਹਦੇ ਵਿੱਚ ਜਿਹੜੇ ਦਰਖਤਾਂ ਦੇ ਰੂਟ ਹੁੰਦੇ ਆ ਉਹ ਕਾਫੀ ਥੱਲੇ ਤੱਕ ਚਲੇ ਜਾਂਦੇ ਆ। ਹੁਣ ਇਹਦੇ ਵਿੱਚ ਕੀ ਆ, ਇਹਨੂੰ ਸੁੰਦਰਾਈ ਇਹ ਟਰੀ ਜਿਹੜਾ ਵਾ ਉਹ ਅਬੰਡੈਂਟ ਹੁੰਦਾ ਬਹੁਤ ਜ਼ਿਆਦਾ ਵਾ, ਜਿਹੜਾ ਕਿ ਗੰਗਾ ਯਮੁਨਾ ਦੇ ਡੈਲਟਾ ਬਣਦਾ, ਜਿਹੜਾ ਸੁੰਦਰਬਨ ਦੇ ਵਿੱਚ ਦੇਖਣ ਨੂੰ ਮਿਲਦਾ ਵਾ। ਫਿਰ ਆ ਜਾਂਦਾ ਮਾਊਂਟੇਨ ਵੈਜੀਏਸ਼ਨ, ਜਿਹੜੀ ਕਿ ਪਹਾੜਾਂ ਦੇ ਉੱਤੇ ਮਿਲਦੀ ਹੈ, ਜਿਵੇਂ ਨਾਰਥ ਦੇ ਵਿੱਚ ਹਿਮਾਲਿਆ ਦੇ ਵਿੱਚ, ਅਤੇ ਨੀਲਗਿਰੀ ਹਿਲਸ ਜਿਹੜੀਆਂ ਸਾਊਥ ਦੇ ਵਿੱਚ ਇਹਨਾਂ ਵਿੱਚ ਦੇਖਣ ਨੂੰ ਮਿਲਦੀ ਹੈ। ਇਹ ਵੈਜੀਏਸ਼ਨ ਜਿਹੜੀ ਹੁੰਦੀ ਆ ਹੋਲ ਵਰਲਡ ਦੇ ਵਿੱਚ ਮਸ਼ਹੂਰ ਨੇ, ਜ਼ਿਆਦਾਤਰ ਹਿਮਾਲਿਆ ਦੇ ਵਿੱਚ ਇਹ ਬਣਦੀਆਂ ਨੇ। ਹਿਮਾਲਿਆ ਦੇ ਵਿੱਚ 2 ਪਾਰਟਸ ਦੇ ਵਿੱਚ ਵੰਡਿਆ ਗਿਆ ਨੇ, ਈਸਟਰਨ ਅਤੇ ਵੈਸਟਰਨ ਪਾਰਟਸ ਦੇ ਵਿੱਚ। ਈਸਟਰਨ ਹਿਮਾਲਿਆ ਦੇ ਵਿੱਚ ਜਿਹੜਾ ਮੋਰ ਰੇਨਫਾਲ ਕੰਪੇਅਰ ਹੁੰਦੀ ਆ ਵੈਸਟਰਨ ਹਿਮਾਲਿਆ ਦੇ ਕਰਕੇ, ਇੱਥੇ 4000 ਤੋਂ ਵੱਧ ਸਪਾਈਸਿਸ ਫਲਾਵਰ ਜਿਹੜੇ ਨੇ ਡਿਫਰੈਂਟ 4000 ਕਿਸਮਾਂ ਦੇ ਫਲਾਵਰ ਉੱਗਦੇ ਆ, ਅਤੇ 250 ਕਿਸਮ ਦੇ ਜਿਹੜੇ ਫਿੰਸ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ ਉਹ ਦੇਖਣ ਨੂੰ ਮਿਲਦੀਆਂ ਨੇ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਦਰਖਤ ਜਿਹੜੇ ਨੇ ਇਹਦੇ ਵਿੱਚ ਦੇਖਣ ਨੂੰ ਮਿਲਦੇ ਆ। ਰੇਨਫਾਲ ਜ਼ਿਆਦਾ ਹੋਣ ਕਰਕੇ ਇਹਨਾਂ ਦੀ ਹਾਈਟ ਅਤੇ ਟੈਂਪਰੇਚਰ ਜਿਹੜਾ ਵਾ ਉਹ ਠੀਕ ਜਿਹਾ ਰਹਿੰਦਾ ਵਾ। ਕਾਫੀ ਚੀਜ਼ਾਂ ਦੱਸੀਆਂ। ਫਿਰ ਮਾਊਂਟੇਨ ਵੈਜੀਏਸ਼ਨ ਜਿਹੜੀ ਆ ਉਹ ਫਾਊਂਡ ਹੁੰਦੀ ਹੈ ਹਿੱਲੀ ਪਾਰਟਸ ਦੇ ਉੱਤੇ, ਜਿਹੜਾ ਕਿ ਡੈਕਨ ਪਲੈਟਿਊ ਆ ਉਹਦੇ ਉੱਤੇ ਵੀ ਮਿਲ ਜਾਂਦੀ ਆ, ਅਤੇ ਇਹਦੇ ਵਿੱਚ ਜਿਹੜੇ ਏਰੀਆਜ਼ ਨੇ ਉਹ ਕਾਫੀ ਜਿਵੇਂ ਨੀਲਗਿਰੀ, ਪਲਾਨੀ, ਸ਼ਿਵਰਾਈ ਇਹੋ ਜਿਹੇ ਏਰੀਆ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਅਤੇ ਇੱਥੇ ਰੇਨਫਾਲ ਜਿਹੜਾ ਹੁੰਦਾ ਵਾ ਬੇ ਆਫ ਬੰਗਾਲ ਦੇ ਕੋਲ ਪੈਣ ਕਰਕੇ, ਅਤੇ ਐਵਿਕ ਸੀ ਪੈਣ ਕਰਕੇ 200 ਸੈਂਟੀਮੀਟਰ ਤੋਂ ਵੀ ਜ਼ਿਆਦਾ ਵਰਖਾ ਹੋ ਜਾਂਦੀ ਹੈ। ਉਸ ਤੋਂ ਬਾਅਦ ਹੈ ਇੰਪੋਰਟੈਂਸ ਆਫ ਕੰਜ਼ਰਵੇਸ਼ਨ ਆਫ ਨੈਚੁਰਲ ਵੈਜੀਏਸ਼ਨ। ਸਾਨੂੰ ਕਿਉਂ ਇਹ ਬਚਾਉਣੇ ਚਾਹੀਦੇ ਆ। ਪਹਿਲਾ ਹੈਗਾ ਡਾਇਰੈਕਟ ਬੈਨੀਫਿਟ। ਇਹਦੇ ਨਾਲ ਕੰਟਰੀ ਨੂੰ ਬਹੁਤ ਡਾਇਰੈਕਟ ਬੈਨੀਫਿਟ ਆ, ਕਿਉਂਕਿ ਇਹ ਇੰਪਲੋਇਮੈਂਟ ਦੇ 4 ਲੱਖ ਤੋਂ ਲੋਕਾਂ ਨੂੰ ਜ਼ਿਆਦਾ ਨੂੰ ਇੰਪਲੋਇਮੈਂਟ ਪ੍ਰੋਵਾਈਡ ਕਰਦੀ ਆ, ਜਿਹੜੇ ਕਿ ਟਰੀ ਨੂੰ ਕੱਟਦੇ ਆ, ਟਰਾਂਸਪੋਰਟੇਸ਼ਨ ਦੇ ਵਿੱਚ ਲੌਗਸ, ਲੋਡਿੰਗ, ਟਿੰਬਰ ਇਹੋ ਜਿਹੀਆਂ ਚੀਜ਼ਾਂ ਨੂੰ ਪ੍ਰੋਵਾਈਡ ਕਰਦੇ ਆ। ਇਹ ਪ੍ਰੋਟੈਕਸ਼ਨ ਮੈਨੇਜਮੈਂਟ ਦੇ ਲਈ ਵੀ ਬਹੁਤ ਯੂਜ਼ਫੁਲ ਨੇ। ਫੋਰੈਸਟ ਜਿਹੜੇ ਨੇ ਹੋਰ ਵੀ ਡਿਫਰੈਂਟ ਤਰ੍ਹਾਂ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਸਾਡੀਆਂ, ਜਿਵੇਂ ਫਰਨੀਚਰ, ਪੇਪਰ, ਕੋਲਸ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਪ੍ਰੋਵਾਈਡ ਕਰਦੇ ਆ ਸਾਨੂੰ। ਗੌਰਮੈਂਟ ਜਿਹੜੀ ਆ ਉਹ 1 ਲੱਖ ਬਿਲੀਅਨ ਤੋਂ ਲੈ ਕੇ 8 ਮਿਲੀਅਨ ਤੱਕ ਜਿਹੜੇ ਨੈਸ਼ਨਲ ਇਨਕਮ ਆ ਉਹ ਐਨੂਅਲੀ ਉਹ ਫੋਰੈਸਟ ਤੋਂ ਹੁੰਦੀ ਆ, ਤਾਂ ਇਸ ਕਰਕੇ ਫੋਰੈਸਟ ਨੂੰ ਕੰਟਰੋਲ ਕਰਨਾ ਚਾਹੀਦਾ, ਅਤੇ ਉਹਨੂੰ ਸਾਰੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ ਨੇ। ਮੈਡੀਸਨਸ ਵਾਲੇ ਕਈ ਟਰੀਜ਼ ਨੇ ਜਿਹੜੇ ਕਿ ਮੈਡੀਸਨ ਬਣਾਉਣ ਦੇ ਵਿੱਚ ਹੈਲਪ ਕਰਦੇ ਆ। ਆਯੁਰਵੈਦਿਕ ਜਿਹੜੇ ਮੈਡੀਸਨ ਨੇ ਉਹ ਇਹਨਾਂ ਤੋਂ ਬਣਦੀਆਂ ਨੇ। ਪੇਪਰ ਦੇ ਫਾਰਮ ਦੇ ਵਿੱਚ ਇਹ ਬਹੁਤ ਜ਼ਿਆਦਾ ਜ਼ਰੂਰੀ ਨੇ। ਕੁਛ ਅਜਿਹੇ ਗਰਾਸ ਨੇ ਜਾਂ ਟਰੀਜ਼ ਨੇ ਉਹ ਪੇਪਰ ਦੇ ਵਿੱਚ ਬਹੁਤ ਜ਼ਿਆਦਾ ਯੂਜ਼ਫੁਲ ਹੁੰਦੇ ਆ। ਹੋਰ ਡਿਫਰੈਂਟ ਮਟੀਰੀਅਲ ਜਿਵੇਂ ਡਰਾਈ ਲੀਫ ਜਾਂ ਹੋਰ ਕਈ ਚੀਜ਼ਾਂ ਨੇ, ਜਿਵੇਂ ਫਰੂਟਸ ਆਫ ਮਾਨਗਰੋਵਰ, ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਜਿਹੜੀਆਂ ਉਹ ਸਾਨੂੰ ਦਰਖਤਾਂ ਤੋਂ ਮਿਲਦੀਆਂ ਨੇ। ਅਤੇ ਇਸ ਤੋਂ ਇਲਾਵਾ ਸਾਨੂੰ ਜਿਹੜੇ ਸੈਂਡਲਵੁੱਡਸ, ਬੰਬੋ, ਹੋਰ ਸਾਰੀਆਂ ਚੀਜ਼ਾਂ ਨੇ ਇਹ ਸਾਡੇ ਘਰ ਦੇ ਸਜਾਵਟ ਦੇ ਕੰਮ ਦੇ ਵਿੱਚ ਵੀ ਆਉਂਦੀਆਂ ਨੇ। ਇਹਦੇ ਵਿੱਚ 25 ਮਿਲੀਅਨਸ ਜਿਹੜੀਆਂ ਟ੍ਰਿਬਲਸ ਨੇ, ਜਾਣੀ ਕਿ ਜਿਹੜੀਆਂ ਜਾਤੀਆਂ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆਦੀਵਾਸੀ ਜਾਤੀਆਂ, ਉਹ ਸਾਰੀਆਂ ਫੋਰੈਸਟ ਦੇ ਅੰਡਰ ਰਹਿੰਦੀਆਂ ਨੇ, ਅਤੇ ਫੋਰੈਸਟ ਜਿਹੜਾ ਵਾ ਰਿਚੈਸਟ ਅਤੇ ਡਾਇਵਰਸਟ ਵਾਈਲਡ ਲਾਈਫ ਜਿਹੜੇ ਨੇ ਉਹਨਾਂ ਨੂੰ ਵੀ ਪ੍ਰੋਟੈਸਟ ਕਰਦੀ ਆ।
ਇਨਡਾਇਰੈਕਟ ਬੈਨੀਫਿਟ, ਇਹਦੇ ਇਨਡਾਇਰੈਕਟਲੀ ਕੀ ਬੈਨੀਫਿਟ ਨੇ? ਫॉर ਕੰਟਰੋਲਿੰਗ ਆਫ ਦੀ ਰੇਨਫਾਲ, ਇਹ ਰੇਨਫਾਲ ਨੂੰ ਕੰਟਰੋਲ ਕਰਨ ਦੇ ਵਿੱਚ ਹੈਲਪ ਕਰਦੀ ਆ। ਜੇਕਰ ਸਾਡੇ ਫੋਰੈਸਟ ਵਧੀਆ ਢੰਗ ਨਾਲ ਹੋਣਗੇ ਤਾਂ ਸਾਡੇ ਰੇਨਫਾਲ ਜਿਹੜੀ ਆ ਉਹ ਵਧੀਆ ਹੋਏਗੀ, ਅਤੇ ਜਿਹੜੀਆਂ ਸਾਡੀ ਧਰਤੀ ਦੀ ਉਪਜਾਊ ਸ਼ਕਤੀ ਅਤੇ ਹਿਊਮਿਡਿਟੀ ਆ ਉਹਨੂੰ ਕੰਟਰੋਲ ਕੀਤਾ ਜਾ ਸਕਦਾ। ਕਲਾਈਮੇਟ, ਇਹ ਕਲਾਈਮੇਟ ਨੂੰ ਕੰਟਰੋਲ ਕਰਨ ਦੇ ਵਿੱਚ ਵੀ ਹੈਲਪ ਕਰਦੇ ਆ, ਜਿਵੇਂ ਹਾਈ ਟੈਂਪਰੇਚਰ ਹੁੰਦਾ ਤਾਂ ਉਹਨੂੰ ਲੋਅ ਕਰਨ ਦੇ ਵਿੱਚ ਇਫੈਕਟ ਕਰਦੇ ਆ। ਚੈਕਿੰਗ ਆਫ ਦੀ ਫਲੱਡਸ, ਜੇਕਰ ਫਲੱਡਸ ਆਉਂਦੇ ਆ ਤਾਂ ਉਸ ਸਮੇਂ ਜਿਹੜੀ ਵੈਜੀਏਸ਼ਨ ਆ ਜਾਂ ਹੋਰ ਚੀਜ਼ਾਂ ਨੇ ਉਹਨਾਂ ਨੂੰ ਰੋਕਣ ਦੇ ਲਈ, ਵਾਟਰ ਦੇ ਫਲੋ ਨੂੰ ਰੋਕਣ ਦੇ ਲਈ ਤਾਂ ਇਹ ਬਹੁਤ ਜ਼ਿਆਦਾ ਯੂਜ਼ਫੁਲ ਬਣਦੀਆਂ ਨੇ। ਤਾਂ ਕਰਕੇ ਜਿਹੜੇ ਫੋਰੈਸਟ ਜਾਂ ਟਰੀ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਨੇ। ਚੈਕਿੰਗ ਦੀ ਸੋਇਲ ਐਡੀਸ਼ਨ, ਜੇਕਰ ਮਿੱਟੀ ਦੀ ਉਪਜਾਊ ਸ਼ਕਤੀ ਖਤਮ ਹੋ ਰਹੀ ਆ ਤਾਂ ਉਹਨੂੰ ਬਚਾਉਣ ਦੇ ਲਈ ਵੀ ਜਿਹੜੇ ਟਰੀਜ਼ ਨੇ ਜਾਂ ਫੋਰੈਸਟ ਉਹ ਬਹੁਤ ਜ਼ਿਆਦਾ ਯੂਜ਼ਫੁਲ ਰੋਲ ਪਲੇ ਕਰਦੇ ਆ। ਉਸ ਤੋਂ ਬਾਅਦ ਆ ਜਾਂਦਾ ਫਰਟੀਲਿਟੀ ਆਫ ਦੀ ਸੋਇਲ, ਵੀ ਜਿਹੜੀ ਸੋਇਲ ਦੀ ਫਰਟੀਲਿਟੀ ਆ, ਜਿਹੜੀ ਉਹਦੀ ਉਪਜਾਊ ਸ਼ਕਤੀ ਆ ਉਹਨੂੰ ਬਣਾਈ ਰੱਖਣ ਦੇ ਲਈ, ਉਹਦੀ ਗ੍ਰੀਨ ਮੈਨਿਓਰਸ ਬਣਾਉਣ ਦੇ ਲਈ ਜਾਂ ਹੋਰ ਸੋਇਲ ਦੀ ਫਰਟੀਲਿਟੀ ਨੂੰ ਇਨਕਰੀਜ਼ ਕਰਨ ਦੇ ਲਈ ਇਹ ਬਹੁਤ ਜ਼ਿਆਦਾ ਯੂਜ਼ਫੁਲ ਬਣ ਜਾਂਦੇ ਆ। 6ਵਾਂ ਹੈ ਨੈਚੁਰਲ ਗਿਫਟ, ਇਹ ਕੁਦਰਤ ਦੁਆਰਾ ਦਿੱਤਾ ਗਿਆ ਇੱਕ ਬਹੁਤ ਬਹੁਮੁੱਲਾ ਸਾਡੇ ਲਈ ਇੱਕ ਗਿਫਟ ਆ। ਇਹਦੇ ਨਾਲ ਟੂਰਿਜ਼ਮ ਇਨਕਰੀਜ਼ ਹੁੰਦੀ ਆ, ਹੰਟਿੰਗ ਜਾਂ ਮੈਡੀਟੇਸ਼ਨ ਦੇ ਲਈ ਉਹ ਬਹੁਤ ਜ਼ਿਆਦਾ ਯੂਜ਼ਫੁਲ ਨੇ, ਅਤੇ ਇਹਦੇ ਲਈ ਗੌਰਮੈਂਟ ਜਿਹੜੀ ਆ ਉਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਣਾ ਰਹੀ ਆ। ਵੌਨਸ ਟੂ ਇੰਡਸਟਰੀਜ਼, ਇਹ ਇੰਡਸਟਰੀ ਨੂੰ ਬਣਾਉਣ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਇੰਡਸਟਰੀਆਂ ਨੇ ਜਿਹੜੀਆਂ ਕਿ ਟੋਟਲੀ ਫੋਰੈਸਟ ਦੇ ਉੱਤੇ ਡਿਪੈਂਡ ਕਰਦੀਆਂ ਨੇ, ਜਿਹਦੇ ਵਿੱਚ ਪੇਪਰ ਇੰਡਸਟਰੀ ਹੋ ਗਈ, ਮੈਚ ਬਾਕਸ ਹੋ ਗਏ, ਸਿਲਕ ਹੋ ਗਿਆ, ਸਪੋਰਟਸ ਗੁੱਡਸ ਹੋ ਗਈਆਂ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਹ ਤੋਂ ਬਣਦੀਆਂ ਨੇ। ਉਸ ਤੋਂ ਬਾਅਦ ਆ ਜਾਂਦਾ ਵਾਈਲਡ ਲਾਈਫ। ਹੁਣ ਜਿਹੜਾ ਕੁਦਰਤੀ ਬਨਸਪਤੀ ਤੋਂ ਇਲਾਵਾ ਜਿਹੜੀ ਵਾਈਲਡ ਲਾਈਫ ਆ, ਜੰਗਲੀ ਜੀਵਨ ਆ, ਉਹ ਵੀ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ। ਸਾਡੇ ਇੰਡੀਆ ਦੇ ਵਿੱਚ ਜਿਹੜੇ ਨੇ 7600 ਜਿਹੜੀਆਂ ਡਿਫਰੈਂਟ ਸਪਾਈਸਿਸ ਨੇ ਵਾਈਲਡ ਲਾਈਫ ਦੇ ਵਿੱਚ ਉਹ ਦੇਖਣ ਨੂੰ ਮਿਲਦੀਆਂ ਨੇ। ਇਹਦੇ ਵਿੱਚ ਹੁਣ ਜਿਹੜੀਆਂ ਕੰਟਰੀ ਦੇ ਵਿੱਚ 2500 ਜਿਹੜੀਆਂ ਡਿਫਰੈਂਟ ਤਰ੍ਹਾਂ ਦੀਆਂ ਫਿਸ਼ਿਸ ਜਿਹੜੀਆਂ ਸੀ ਫਰੈਸ਼ ਵਾਟਰ ਜਾਂ ਸੈਲਿਨ ਵਾਟਰ ਦੇ ਵਿੱਚ ਦੇਖਣ ਨੂੰ ਮਿਲਦੀਆਂ ਸੀ, ਹੁਣ 2000 ਸਪਾਈਸਿਸ ਆਫ ਦੀ ਵਰਡਸ ਅਤੇ 400 ਤਰ੍ਹਾਂ ਦੇ ਸਨੇਕਸ ਜਿਹੜੇ ਸੀ ਉਹ ਮਿਲਦੇ ਸੀ। ਤਾਂ ਬਹੁਤ ਸਾਰੀਆਂ ਡਿਫਰੈਂਟ ਚੀਜ਼ਾਂ ਦੇਖਣ ਨੂੰ ਮਿਲਦੀਆਂ ਸੀ। ਇਹ ਫੋਰੈਸਟ ਦੇ ਵਿੱਚ ਹੀ ਤੈਅ ਹੋਇਆ ਵਾ। ਤਾਂ ਇਹ ਸਾਰੀਆਂ ਚੀਜ਼ਾਂ ਮਿਲਦੀਆਂ ਹੁੰਦੀਆਂ ਸੀ ਡਿਫਰੈਂਟ ਏਰੀਆ ਦੇ ਵਿੱਚ, ਜਿਵੇਂ ਨੀਲਗਿਰੀ ਹਿਲਸ ਨੇ, ਉਹ ਬਹੁਤ ਸਾਰੇ ਏਰੀਆਜ਼ ਨੇ। ਇਹਨਾਂ ਏਰੀਆ ਦੇ ਇੱਕ ਬਾਊਂਡਰੀ ਬਣਾਈ ਗਈ ਹੈ ਜਿੱਥੇ ਕਿ ਇਹਨਾਂ ਨੂੰ ਰੱਖਿਆ ਜਾਂਦਾ ਵਾ, ਤਾਂ ਜੋ ਕੀ ਆ ਵੀ ਇਹਨਾਂ ਨੂੰ ਬਚਾਇਆ ਜਾ ਸਕੇ ਅਤੇ ਇਹਨਾਂ ਨੂੰ ਹੈਰੀਟੇਜ ਕੀਤਾ ਜਾ ਸਕੇ, ਆਉਣ ਵਾਲੀ ਜਨਰੇਸ਼ਨ ਵੀ ਇਹਨਾਂ ਨੂੰ ਦੇਖ ਸਕੇ ਅਤੇ ਇਹਨਾਂ ਤੋਂ ਸਿੱਖ ਸਕੇ। ਬਾਇਓਸਫੀਅਰ ਦੇ ਵਿੱਚ ਬਹੁਤ ਜ਼ਿਆਦਾ ਰੋਲ ਪਲੇ ਕਰਦੀਆਂ ਨੇ ਐਟਮੋਸਫੀਅਰ ਨੂੰ ਕੰਟਰੋਲ ਕਰਨ ਦੇ ਲਈ, ਅਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਨ ਦੇ ਵਿੱਚ ਇਹ ਹੈਲਪ ਕਰਦੀਆਂ ਨੇ। ਆਹ ਸਾਨੂੰ 13 ਜਿਹੜੇ ਨੇ ਦਿੱਤੇ ਹੋਏ ਨੇ ਸਾਨੂੰ, ਜਿਹੜੇ ਫੋਰੈਸਟ ਜਿਹੜੇ ਨੇ ਉਹਨਾਂ ਨੂੰ ਵਾਈਲਡ ਲਾਈਫ ਦੇ ਲਈ ਸਿਕਿਉਰ ਕੀਤਾ ਗਿਆ, ਤਾਂ ਜੋ ਕੀ ਆ ਵੀ ਇਹ ਸਪਾਈਸਿਸ ਨੂੰ ਬਚਾਇਆ ਜਾ ਸਕੇ। ਉਸ ਤੋਂ ਬਾਅਦ ਆ ਜਾਂਦੇ ਆ ਸੋਇਲ, ਮਿੱਟੀ ਵੀ ਬਹੁਤ ਜ਼ਿਆਦਾ ਉਪਜਾਊ ਸ਼ਕਤੀ ਆ, ਇੱਕ ਉਪਜਾਊ ਆ। ਏਂਸ਼ੀਅੰਟ ਟਾਈਮ ਤੋਂ ਹੀ ਮਿੱਟੀ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ। ਇੰਡਸ ਵੈਲੀ ਤੋਂ ਲੈ ਕੇ ਆਰੀਅਨ ਸਿਵਲਾਈਜੇਸ਼ਨ ਅਤੇ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੀ ਸੋਇਲ ਦੀ ਫਰਟੀਲਿਟੀ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਆ। ਇਹ ਹਮੇਸ਼ਾ ਜਿਹੜੀ ਰਿਵਰ ਵੈਲੀਜ਼ ਨੇ ਉਹਨਾਂ ਦੇ ਕੋਲ ਹੀ ਸੋਇਲ ਜਿਹੜੀ ਆ ਉਹ ਦੇਖਣ ਨੂੰ ਮਿਲਦੀ ਆ, ਅਤੇ ਵਧੀਆ ਸੋਇਲ ਜਿਹੜੀ ਆ ਉਹ ਐਗਰੀਕਲਚਰ ਫਾਰਮ ਦੇ ਵਿੱਚ ਬਹੁਤ ਜ਼ਿਆਦਾ ਯੂਜ਼ਫੁਲ ਆ। ਹੁਣ ਇਹਦੀ ਡੈਫੀਨੇਸ਼ਨ ਉਹ ਤੁਸੀਂ ਆਪ ਪੜ੍ਹ ਸਕਦੇ ਹੋ। ਡੈਫੀਨੇਸ਼ਨ ਕੀ ਲਿਖ ਸਕਦੇ ਹੋ ਵੀ ਜਿਹੜੀ ਇੱਕ ਥਿਕਨੈਸ ਲੇਅਰ ਹੁੰਦੀ ਹੈ ਜਿਹੜੀ ਕਿ 15 ਤੋਂ 30 ਸੈਂਟੀਮੀਟਰ ਤੱਕ ਹੁੰਦੀ ਹੈ ਗਰਾਊਂਡ ਦੇ ਉੱਤੇ, ਜਿਹੜਾ ਕਿ ਸਾਨੂੰ ਹੈਲਪ ਕਰਦੀ ਹੈ ਕੋਈ ਵੀ ਚੀਜ਼ ਨੂੰ ਬਣਾਉਣ ਦੇ ਲਈ। ਇਹ ਕਾਫੀ ਜ਼ਿਆਦਾ ਉਪਜਾਊ ਹੁੰਦੀ ਆ, ਫਰਟਾਈਲ ਹੁੰਦੀ ਆ, ਜਿਹਦੇ ਵਿੱਚ ਅਸੀਂ ਕੋਈ ਵੀ ਚੀਜ਼ਾਂ ਬੀਜ ਸਕਦੇ ਹਾਂ। ਹੁਣ ਜਿਹੜੀ ਸੋਇਲ ਆ ਉਹਦੀ ਫਾਰਮੇਸ਼ਨ ਕਿੱਦਾਂ ਹੁੰਦੀ ਹੈ? ਸੋਇਲ ਬਣਨ ਨੂੰ ਕਾਫੀ ਲੌਂਗ ਸਮੇਂ ਲੱਗ ਜਾਂਦਾ, ਸਲੋਲੀ ਬਣਦੀ ਹੈ, ਅਤੇ ਇਹਨੂੰ 1000 ਆਫ ਈਅਰਸ ਲੱਗ ਜਾਂਦੇ ਆ 1 ਇੰਚ ਸੋਇਲ ਬਣਾਉਣ ਦੇ ਲਈ। ਅਤੇ ਇਹਦੇ ਵਿੱਚ ਰੌਕਸ ਦੇ ਜਦੋਂ ਬ੍ਰੇਕਡਾਊਨ ਹੁੰਦੀ ਹੈ ਅਰਥ ਦੇ ਵਿੱਚ, ਤਾਂ ਇਹ ਔਰਗੈਨਿਕ ਅਤੇ ਬਾਇਓਕੈਮੀਕਲ ਵੇਸਟ ਦੀ ਪ੍ਰੋਸੈਸ ਦੀ ਮੋਡੀਫਿਕੇਸ਼ਨ ਦੇ ਨਾਲ ਜਿਹੜੀ ਆ ਸੋਇਲ ਜਿਹੜੀ ਉਹ ਬਣ ਜਾਂਦੀ ਆ। ਫੈਕਟਰ ਇਫੈਕਟਿੰਗ ਟੂ ਦੀ ਸੋਇਲ ਫਾਰਮੇਸ਼ਨ, ਕਿਹੜੀ ਚੀਜ਼ਾਂ ਇਫੈਕਟ ਕਰਦੀਆਂ ਨੇ? ਜਿਵੇਂ ਪੇਰੈਂਟ ਰੌਕ ਨੇ, ਕੁਛ ਕੁ ਅਜਿਹੀਆਂ ਬੈਡ ਰੌਕਸ ਹੁੰਦੀਆਂ ਨੇ ਜਿਹੜੀਆਂ ਸੈਂਡੀਮੈਂਟਲ ਰੌਕਸ ਜਿਹੜੀਆਂ ਨੇ ਨਾਰਥਨ ਪਲੇਨ ਦੇ ਵਿੱਚ ਜਿਹੜੀਆਂ ਹੈਲਪ ਕਰਦੀਆਂ ਨੇ ਉੱਥੇ ਵਧੀਆ ਸੋਇਲ ਬਣਾਉਣ ਦੇ ਵਿੱਚ, ਅਤੇ ਡਿਫਰੈਂਟ ਮਿਨਰਲਸ ਜਿਹੜੇ ਨੇ ਉਹਨੂੰ ਪ੍ਰੋਵਾਈਡ ਕਰਦੇ ਆ। ਕਲਾਈਮੇਟ ਦੇ ਕਲਰ ਅਤੇ ਸਟਰਕਚਰ ਅਤੇ ਸਾਈਜ਼ ਦੇ ਕਰਕੇ ਹੀ ਜਿਹੜਾ ਸੋਇਲ ਦੀ ਫਰਟੀਲਿਟੀ ਆ ਅਤੇ ਉਹਦਾ ਕਲਰ ਆ ਉਹ ਚੇਂਜ ਹੋ ਜਾਂਦਾ। ਕਾਫੀ ਲੰਬੇ ਪ੍ਰੋਸੈਸ ਤੱਕ ਜੇ ਕਲਾਈਮੇਟ ਇੱਦਾਂ ਦਾ ਰਹੇ ਤਾਂ ਉੱਦਾਂ ਦੀ ਹੀ ਜਿਹੜੀ ਸੋਇਲ ਆ ਉਹ ਬਣ ਜਾਂਦੀ ਆ। ਸਲੋਪ, ਜਿਹੜੀ ਕਲਾਈਮੇਟ ਅਤੇ ਸਲੋਪ ਦੇ ਏਰੀਏ ਦੇ ਕਰਕੇ ਵੀ ਇਹਦੀ ਕੰਟਰੀਬਿਊਸ਼ਨ ਹੁੰਦੀ ਹੈ, ਅਤੇ ਸੋਇਲ ਨੂੰ ਡਿਵੈਲਪ ਕਰਨ ਦੇ ਵਿੱਚ ਹੈਲਪ ਕਰਦੀ ਹੈ। ਹਿਲੀ ਏਰੀਆ ਦੇ ਵਿੱਚ ਜਿਹੜੀ ਸਲੋਪ ਹੁੰਦੀ ਆ ਉਹ ਸਟੀਫਰ ਹੁੰਦੀ ਹੈ, ਯਾਨੀ ਕਿ ਉੱਪਰੋਂ ਜਿਹੜੀ ਵੀ ਮਿੱਟੀ ਗਿਰਦੀ ਆ ਉਹ ਬੜੀ ਫਾਸਟਲੀ ਥੱਲੇ ਤੱਕ ਜਾਂਦੀ ਹੈ ਅਤੇ ਲੈਸ ਫਰਟਾਈਲ ਹੋ ਜਾਂਦੀ ਹੈ, ਤਾਂ ਇਹ ਵੀ ਇਫੈਕਟ ਕਰਦੀ ਆ। ਨੈਚੁਰਲ ਵੈਜੀਏਸ਼ਨ, ਕੁਦਰਤੀ ਬਨਸਪਤੀਆਂ ਵੀ ਕੁਛ ਅਜਿਹੀਆਂ ਨੇ ਜਿਹੜੀਆਂ ਹੈਲਪ ਕਰਦੀਆਂ ਉਹਨਾਂ ਨੂੰ ਔਰਗੈਨਿਕ ਮੈਟਰ ਪ੍ਰੋਵਾਈਡ ਕਰਨ ਦੇ ਲਈ, ਤਾਂ ਜੋ ਕਿ ਇੱਕ ਮਿੱਟੀ ਦੀ ਕੁਆਲਿਟੀ ਅਤੇ ਇੱਕ ਵਧੀਆ ਢੰਗ ਦੇ ਨਾਲ ਉਹਨੂੰ ਯੂਟੀਲਾਈਜ਼ ਕੀਤਾ ਜਾ ਸਕੇ ਅਤੇ ਐਗਰੀਕਲਚਰ ਦੇ ਵਿੱਚ ਇਹ ਬਣਾਈਆਂ ਜਾ ਸਕਣ। ਉਸ ਤੋਂ ਬਾਅਦ ਬਹੁਤ ਲੰਬਾ ਟਾਈਮ ਲੱਗ ਜਾਂਦਾ ਵਾ ਕੋਈ ਵੀ ਇੱਕ ਮਿੱਟੀ ਬਣਾਉਣ ਦੇ ਵਿੱਚ, ਇਹਦੀ ਫਰਟੀਲਿਟੀ ਨੂੰ ਬਣਾਉਣ ਦੇ ਵਿੱਚ, ਅਤੇ ਇਹਦੀਆਂ ਪ੍ਰੋਸੈਸ ਕਿਸ ਤਰੀਕੇ ਨਾਲ ਇਨਕਰੀਜ਼ ਕਰਨਾ ਵਾ, ਇਹ ਸਾਰੀਆਂ ਚੀਜ਼ਾਂ ਨੂੰ ਲਗਾਉਣ ਦੇ ਵਿੱਚ ਬਹੁਤ ਟਾਈਮ ਲੱਗ ਜਾਂਦਾ ਵਾ। ਕਲਾਸੀਫਿਕੇਸ਼ਨ ਆਫ ਇੰਡੀਅਨ ਸੋਇਲ, ਇੰਡੀਆ ਦੀ ਜਿਹੜੀ ਸੋਇਲ ਆ, ਮਿੱਟੀ ਆ, ਉਹ ਕਈ ਤਰੀਕੇ ਨਾਲ ਇਹਨੂੰ ਵੰਡਿਆ ਗਿਆ। ਪੁਰਾਣੇ ਸਮਿਆਂ ਦੇ ਵਿੱਚ ਇਹਨੂੰ ਕਿਸੇ ਹੋਰ ਤਰੀਕੇ ਨਾਲ ਵੰਡਿਆ, ਜਿਵੇਂ ਫਰਟੀਲਿਟੀ ਦੇ ਅਕੋਰਡਿੰਗ ਵੰਡਿਆ ਜਾਂਦਾ ਹੁੰਦਾ ਸੀ। ਫਿਰ ਇਸ ਤੋਂ ਬਾਅਦ ਇਹਨੂੰ ਡਿਪੈਂਡੈਂਸ ਰੇਨਫਾਲ ਦੇ ਅਕੋਰਡਿੰਗ ਵੰਡਿਆ ਗਿਆ, ਜਿਹਨੂੰ ਵਰਾਨੀ ਕਿਹਾ ਗਿਆ। ਤਾਂ ਬਹੁਤ ਅਜਿਹੇ ਤਰੀਕੇ ਸੀਗੇ ਜਿਹਦੇ ਨਾਲ ਜਿਹੜੀ ਆ ਮਿੱਟੀ ਨੂੰ ਉਹਨੂੰ ਵੰਡਿਆ ਗਿਆ। ਤਾਂ ਹੁਣ ਜੋ ਦੇਖਿਆ ਜਾਵੇ ਸਾਡੇ ਇੰਡੀਆ ਦੇ ਵਿੱਚ 8 ਟਾਈਪਸ ਆਫ ਜਿਹੜੀਆਂ ਸੋਇਲਸ ਨੇ ਉਹ ਦੇਖਣ ਨੂੰ ਮਿਲਦੀਆਂ ਨੇ, ਜਿਹਦੇ ਵਿੱਚ ਪਹਿਲੀ ਹੈਗੀ ਐਲੂਵਲ ਸੋਇਲ।
ਇਹ ਜ਼ਿਆਦਾਤਰ ਏਰੀਆ ਜਿਹੜਾ ਵਾ ਇਹ ਲੈਂਡ ਜਿਹੜੀ ਆ ਉਹ 15 ਲੱਖ ਸਕੁਅਰ ਕਿਲੋਮੀਟਰ ਏਰੀਆ ਵਿੱਚ ਫੈਲੀ ਹੋਈ, ਯਾਨੀ ਕਿ 24% ਟੋਟਲ ਏਰੀਆ ਜਿਹੜਾ ਸਾਡਾ ਕੰਟਰੀ ਦਾ ਉੱਥੇ ਮਿੱਟੀ ਦੇਖਣ ਨੂੰ ਮਿਲ ਜਾਂਦੀ ਆ। ਇਹ ਜ਼ਿਆਦਾਤਰ ਮਿੱਟੀ ਜਿਹੜੀ ਆ ਨਾਰਥ ਇੰਡੀਆ ਦੇ ਵਿੱਚ ਦੇਖਣ ਨੂੰ ਮਿਲਦੀ ਆ, ਜਿਵੇਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ ਤਾਂ ਇਹੋ ਜਿਹੇ ਏਰੀਆ ਵਿੱਚ ਦੇਖਣ ਨੂੰ ਮਿਲਦੀਆਂ। ਜ਼ਿਆਦਾਤਰ ਇਹ ਗੰਗਾ ਸਤਲੁਜ ਜਿਹੜਾ ਪਲੇਨ ਵੈਲੀ ਸੀਗੀਆਂ ਉੱਥੇ ਦੇਖਣ ਨੂੰ ਮਿਲਦੀਆਂ ਨੇ। ਅਤੇ ਕੈਮੀਕਲ ਕੰਪੋਜੀਸ਼ਨ ਜੋ ਦੇਖਿਆ ਜਾਵੇ ਇਹਦੇ ਵਿੱਚ ਸੋਲਟੀ ਹੁੰਦੀ ਹੈ, ਕਾਫੀ ਨਮਕੀਨਦਾਰ ਹੁੰਦੀ ਹੈ। ਇਹਦੇ ਵਿੱਚ ਫਾਸਫੋਰਸ, ਪੋਟਾਸ਼, ਲੇਮਸ ਅਤੇ ਮੈਗਨੀਸ਼ੀਅਮ ਇਹੋ ਜਿਹੇ ਜ਼ਿਆਦਾ ਹੁੰਦੀਆਂ ਨੇ, ਅਤੇ ਇਹਦੀ ਵੀ ਡੈਫੀਸ਼ੈਂਸੀ ਹੁੰਦੀ ਆ ਨਾਈਟ੍ਰੋਜਨ ਅਤੇ ਹਿਊਮਸ ਦੀ। ਉਸ ਤੋਂ ਬਾਅਦ ਸੋਇਲ ਸਟਰਕਚਰ, ਜਿਹੜਾ ਸੋਇਲ ਦਾ ਸਟਰਕਚਰ ਹੁੰਦਾ ਡੀਕੰਪੋਜੀਸ਼ਨ ਹੁੰਦੀ ਆ, ਜਿਹੜੀ ਕਿ ਰਿਵਰ ਦੀ ਓਰੀਜੀਨੇਟ ਹੁੰਦੀ ਆ, ਅਤੇ ਇਹ ਮਾਊਂਟੇਨ ਸਲੋਪ ਹੋਣ ਕਰਕੇ ਹਿਮਾਲਿਆ ਅਤੇ ਨਾਰਥਨ ਪਲੇਟਿਊ ਹੋਣ ਕਰਕੇ ਜਿਹੜੀ ਮਿੱਟੀ ਹੈ ਇਹ ਬਣ ਜਾਂਦੀ ਆ। ਅਤੇ ਇਹਦੇ ਵਿੱਚ ਦੱਸਿਆ ਗਿਆ ਹੋਰ ਵੀ ਕਈ ਤਰ੍ਹਾਂ ਦੀਆਂ, ਜਿਵੇਂ ਖੱਦਰ ਸੋਇਲ, ਠੀਕ ਹੈ, ਜਿਹੜੀ ਐਸਟਿਕ ਸੋਇਲ ਹੁੰਦੀ ਹੈ, ਕਾਫੀ ਐਸਿਡ ਹੁੰਦੇ ਆ ਇਹਦੇ ਵਿੱਚ। ਬੰਗਰ ਸੋਇਲ ਇਹ ਜਿਹੜੀ ਹੁੰਦੀ ਹੈ ਜਿਹਦੇ ਵਿੱਚ ਲੈਸ ਦੈਨ 30 ਸੈਂਟੀਮੀਟਰ ਜਿਹੜੇ ਹੁੰਦਾ ਫਲੱਡ ਏਰੀਆ ਦੇ ਵਿੱਚ ਹੀ ਜ਼ਿਆਦਾਤਰ ਮਿਲਦੀ ਹੈ, ਅਤੇ ਰੇਨੀ ਵਾਟਰ ਦੇ ਕਰਕੇ ਇਹ ਦੂਰ ਦੂਰ ਤੱਕ ਪਹੁੰਚ ਨਹੀਂ ਸਕਦੀ ਜਾਂ ਡਿਪੋਜ਼ਿਟ ਨਹੀਂ ਹੁੰਦੀ। ਤਰਾਈ ਐਲੂਵਲ ਸੋਇਲ ਜਿਹੜੇ ਕਿ ਐਕਸਟੈਂਡ ਕਰਦੀ ਹੈ ਏਰੀਆ ਜਿਹੜਾ ਹਿਮਾਲਿਅਨ ਮਾਊਂਟੇਨਸ ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਇਹ ਰੇਨ ਫਲੋ ਦੇ ਕਰਕੇ, ਰਿਵਰ ਫਲੋ ਦੇ ਕਰਕੇ ਇਹ ਬਣਦੀਆਂ ਨੇ। ਡੈਲਟਿਕ ਐਲੂਵਲ ਜਿਹੜੇ ਕਿ ਡੈਲਟਾ ਦੇ ਕਰਕੇ ਬਣਦੀਆਂ ਨੇ। ਅਤੇ ਕੋਸਟਲ ਜਿਹੜੀਆਂ ਕਿ ਕੋਸਟਲ ਏਰੀਆ ਦੇ ਕੋਲ ਬਣਦੀਆਂ ਨੇ, ਸਮੁੰਦਰ ਦੁਆਰਾ ਲਿਆਂਦੀ ਗਈ ਮਿੱਟੀ ਪਾਣੀ ਨਾਲ ਰੁਕ ਜਾਂਦੀ ਹੈ ਅਤੇ ਉੱਥੇ ਬਣ ਜਾਂਦੀ ਹੈ, ਜ਼ਿਆਦਾ ਵਧੀਆ ਨਹੀਂ ਹੁੰਦੀ। ਇੰਪੋਰਟੈਂਸ ਇਹ ਜਿਹੜੀ ਆ ਐਲੂਵਲ ਸੋਇਲ ਆ, ਇਹਨੂੰ ਜਿਹੜੇ ਇਟੀਗ੍ਰੇਟ ਕੀਤਾ ਜਾਂਦਾ ਜਾਂ ਇਹਨੂੰ ਸਿੰਜਾਈ ਕੀਤੀ ਜਾਂਦੀ ਹੈ ਕੈਨਲਸ ਦੇ ਵੈਲ ਦੇ ਥਰੂ ਤੋਂ ਕੀਤਾ ਜਾਂਦਾ। ਇਹਦੇ ਵਿੱਚ ਪਾਣੀ ਬਹੁਤ ਵਧੀਆ ਢੰਗ ਨਾਲ ਪ੍ਰੋਵਾਈਡ ਕੀਤਾ ਜਾਂਦਾ, ਤਾਂ ਹੀ ਇਹ ਜ਼ਿਆਦਾ ਵਧੀਆ ਪਰਫੋਰਮ ਕਰ ਪਾਉਂਦੀ ਹੈ। ਬਲੈਕ ਸੋਇਲ ਜਿਹੜਾ ਏਰੀਆ ਜਿਹੜਾ ਵਾ ਉਹ 5.5 ਲੱਖ ਸਕੁਅਰ ਕਿਲੋਮੀਟਰ ਏਰੀਆ ਦੇ ਵਿੱਚ ਹੈ। ਇਹ 8 ਸੈਂਟੀਮੀਟਰ ਜਿਹੜੀ ਆ ਡੀਪਰ ਹੁੰਦੀ ਹੈ ਸਰਫੇਸ ਦੇ ਵਿੱਚ। ਓਰੀਜਨ ਕਿੱਥੇ ਹੁੰਦਾ ਹੈ? ਜ਼ਿਆਦਾਤਰ ਮਹਾਰਾਸ਼ਟਰ ਜਾਂ ਇਹੋ ਜਿਹੇ ਏਰੀਆ ਦੇ ਵਿੱਚ ਦੇਖਣ ਨੂੰ ਮਿਲਦੀ ਹੈ, ਯਾਨੀ ਕਿ ਸਾਊਥ ਇੰਡੀਆ ਦੇ ਵਿੱਚ ਜ਼ਿਆਦਾਤਰ ਦੇਖਣ ਨੂੰ ਮਿਲਦੀ ਹੈ। ਅਤੇ ਕੈਮੀਕਲ ਕੰਪੋਜੀਸ਼ਨ ਇਹਦੇ ਵਿੱਚ ਆਇਰਨ, ਪੋਟਾਸ਼ ਅਤੇ ਐਲਮੋਨੀਅਮ, ਲਿੰਪ ਅਤੇ ਮੈਗਨੀਸ਼ੀਅਮ ਦੇਖਣ ਨੂੰ ਮਿਲਦੀ ਹੈ। ਡੈਫੀਨੇਸ਼ਨ ਜਿਹਦੇ ਵਿੱਚ ਡੈਫੀਸ਼ੈਂਟਸ ਹੁੰਦੀ ਆ ਨਾਈਟ੍ਰੋਜਨ, ਫਾਸਫੋਰਸ ਅਤੇ ਆਰਗੈਨਿਕ ਮੈਟਰ ਦੀ। ਕਰੈਕਟਰਿਸਟਿਕਸ ਕੀ ਆ? ਵੋਲਕੈਨੋ ਤੋਂ ਬਣਦੀ ਆ, ਅਤੇ ਇਹ ਮਿੱਟੀ ਦੇ ਵਿੱਚ ਆਇਰਨ ਅਤੇ ਐਲਮੋਨੀਅਮ ਬਹੁਤ ਜ਼ਿਆਦਾ ਹੁੰਦਾ ਵਾ, ਤਾਂ ਕਰਕੇ ਇਹਦਾ ਕਲਰ ਜਿਹੜਾ ਹੁੰਦਾ ਉਹ ਬਲੈਕ ਹੁੰਦਾ ਵਾ। ਇੰਪੋਰਟੈਂਸ ਕੀ ਆ? ਇਹ ਇਨਐਗਜ਼ੌਸਟੇਬਲ ਫਰਟਾਈਲ ਹੁੰਦੀ ਹੈ, ਹੈਲਪ ਕਰਦੀ ਹੈ ਕਲਟੀਵੇਸ਼ਨ ਲਈ। ਜਿਵੇਂ ਜਿਹੜੀਆਂ ਅਸੀਂ ਕਮਰਸ਼ੀਅਲ ਕ੍ਰੌਪਸ ਬੀਜਣੀਆਂ ਨੇ, ਜਿਵੇਂ ਬਾਜਰਾ ਹੋ ਗਿਆ, ਕਾਟਨ ਹੋ ਗਈ, ਤਾਂ ਇਹੋ ਜਿਹੀਆਂ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਬੀਜੀ ਜਾਂਦੀ ਹੈ। ਰੈੱਡ ਸੋਇਲ ਇਹ ਏਰੀਆ ਜਿਹੜਾ ਵਾ 2 ਲੱਖ ਸਕੁਅਰ ਕਿਲੋਮੀਟਰ ਤੱਕ ਚਲਾ ਗਿਆ। ਇਹਦੀ ਡੈਫਥ ਜਿਹੜੀ ਉਹ 4 ਮੀਟਰ ਤੱਕ ਹੀ ਹੁੰਦੀ ਆ, ਪਲੇਨ ਏਰੀਆ ਦੇ ਵਿੱਚ ਦੇਖਣ ਨੂੰ ਮਿਲਦੀ ਆ। ਇਹਦਾ ਜ਼ਿਆਦਾਤਰ ਏਰੀਆ ਬਲੈਕ ਸੋਇਲ ਜਿੱਥੇ ਖਤਮ ਹੁੰਦਾ ਵਾ, ਇਨਸਰਕਲਿੰਗ ਹੁੰਦਾ ਡੈਕਲ ਪਲੇਟਿਊ ਦੇ ਆਲ ਸਾਈਡ ਜਿਹੜੀਆਂ ਹੁੰਦੀਆਂ ਨੇ ਦੇਖਣ ਨੂੰ ਮਿਲਦੀਆਂ ਨੇ, ਜਿਵੇਂ ਕਰਨਾਟਕ, ਆਂਧਰਾ ਪ੍ਰਦੇਸ਼, ਉੜੀਸਾ, ਸਾਊਥ ਬਿਹਾਰ, ਬਹੁਤ ਸਾਰੇ ਏਰੀਆ ਵਿੱਚ ਦੇਖਣ ਨੂੰ ਮਿਲਦੀ ਹੈ। ਇਹਦੀ ਕੈਮੀਕਲ ਕੰਪੋਜੀਸ਼ਨ ਕੀ ਹੁੰਦੀ ਆ? ਇਹਦੇ ਵਿੱਚ ਪ੍ਰੈਜ਼ੈਂਸ ਹੁੰਦੀ ਆ ਆਇਰਨ, ਅਤੇ ਡਿਵੈਲਪਮੈਂਟ ਕਰਦੀ ਆ ਕ੍ਰਿਸਟਲਾਈਨਜ਼ ਮੈਟਾਫੋਨਿਕ ਰੌਕਸ ਦੇ ਥਰੂ ਬਣਦੀਆਂ ਨੇ, ਅਤੇ ਇਲੈਕਸਡ ਕਲੇਈ ਅਤੇ ਸੈਂਡੀ ਹੁੰਦੀਆਂ ਨੇ। ਉਸ ਤੋਂ ਬਾਅਦ ਲੈਟਰੇਟ ਸੋਇਲ। ਲੈਟਰੇਟ ਸੋਇਲ ਜਿਹੜੀ ਆ ਇਹਦਾ ਜਿਹੜਾ ਏਰੀਆ ਵਾ ਉਹ ਸਾਨੂੰ 2.5 ਕਿਲੋਮੀਟਰ ਸਕੁਅਰ ਦੇ ਏਰੀਆ ਦੇ ਵਿੱਚ ਦੇਖਣ ਨੂੰ ਮਿਲਦੀ ਹੈ। 4% ਜਿਹੜਾ ਵਾ ਸੋਇਲ ਦਾ ਏਰੀਆ ਜਿਹੜਾ ਵਾ ਉਹ ਇਹਨੇ ਘੇਰਿਆ ਹੀ ਹੋਇਆ। ਇਹਦਾ ਰੀਜ਼ਨ ਇਹ ਡਿਵੈਲਪ ਹੁੰਦੀ ਹੈ ਪੀਕਸ ਦੇ ਵਿੱਚੋਂ, ਬੇਸਟੀਕਲ ਹਿਲਸ ਦੇ ਵਿੱਚੋਂ, ਪਲੈਟਿਊਸ ਦੇ ਵਿੱਚੋਂ, ਤਾਂ ਇਹ ਦੇਖਣ ਨੂੰ ਮਿਲਦੀ ਜਿਵੇਂ ਸਪਤਪੁਰਾ ਜਾਂ ਹੋਰ ਨੇਬਰ ਰੇਂਜ ਜਿਹੜੀ ਮੱਧ ਪ੍ਰਦੇਸ਼ ਅਤੇ ਈਸਟ ਖਾੜ ਦੇ ਵਿੱਚ ਜ਼ਿਆਦਾਤਰ ਦੇਖਣ ਨੂੰ ਮਿਲਦੀਆਂ ਨੇ। ਕੈਮੀਕਲ ਕੰਪੋਜੀਸ਼ਨ ਇਹ ਜਨਰਲੀ ਜਿਹੜੀ ਹੈ ਪੂਅਰ ਹੁੰਦੀ ਹੈ ਨਾਈਟ੍ਰੋਜਨ, ਲੇਮ, ਪੋਟਾਸ਼ ਅਤੇ ਫਾਸਫੋਰਸ ਅਤੇ ਮੈਗਨੀਸ਼ੀਅਮ ਦੇ ਵਿੱਚ, ਅਤੇ ਇਹਦਾ ਨੇਚਰ ਜਿਹੜਾ ਹੁੰਦਾ ਰੈੱਡ ਕਲਰ ਹੁੰਦਾ। ਕਰੈਕਟਰਿਸਟਿਕਸ ਕੀ ਹੈ? ਇਹ ਕਾਫੀ ਵਾਰਮ ਹੁੰਦੀ ਹੈ, ਠੰਡੀ ਹੁੰਦੀ ਹੈ, ਅਤੇ ਟਪੋਲੀਕਲ ਏਰੀਆ ਵਿੱਚ ਹੁੰਦੀ ਹੈ, ਅਤੇ ਜਿੱਥੇ ਬਹੁਤ ਜ਼ਿਆਦਾ ਰੇਨ ਪੈਂਦੀ ਆ। ਇਹਦੇ ਵਿੱਚ ਲੈਮ, ਸਿਲਕਾ, ਸਾਲਟ ਜਿਹੜੇ ਹੁੰਦੇ ਆ ਉਹ ਲੀਚ ਅਵੇ ਕਰ ਜਾਂਦੇ ਆ, ਅਤੇ ਇਹਦੇ ਵਿੱਚ ਆਕਸਾਈਡ ਦੇ ਵਿੱਚ ਆਇਰਨ ਅਤੇ ਐਲਮੋਨੀਅਮ ਜਿਹੜੇ ਹੁੰਦੇ ਆ ਉਹ ਖਤਮ ਹੋ ਜਾਂਦੇ ਆ। ਫਿਰ ਆ ਜਾਂਦਾ ਡੈਜ਼ਰਟ ਸੋਇਲ। ਡੈਜ਼ਰਟ ਸੋਇਲ ਜਿਹੜੀ ਆ ਉਹ ਬੇਸਟੀਕਲ ਰੌਕਸ ਦੇ ਵਿੱਚੋਂ ਬਣਦੀ ਹੈ। ਨੀਅਰ ਏਰੀਆ ਵਾ 1.5 ਲੱਖ ਸਕੁਅਰ ਕਿਲੋਮੀਟਰ ਏਰੀਆ ਵਾ ਜਿਹੜਾ ਕੰਟਰੀ ਵਿੱਚ ਦੇਖਣ ਨੂੰ ਮਿਲਦਾ। ਇਹਦਾ ਓਰੀਜਨ ਜਿਹੜਾ ਉਹ ਹੈ ਇੰਡਸ ਵੈਲੀ ਤੋਂ ਹੋਇਆ ਵਾ, ਅਤੇ ਅਰਾਵਲੀ ਮਾਊਂਟੇਨਸ ਤੱਕ ਇਹ ਚਲੇ ਗਿਆ। ਰਾਜਸਥਾਨ, ਵੈਸਟ ਸਾਊਥਨ ਪੰਜਾਬ ਅਤੇ ਸਾਊਥਨ ਹਿਮਾਲਿਆ ਵਿੱਚ ਦੇਖਣ ਨੂੰ ਮਿਲਦਾ। ਇਹਦੇ ਕੰਪੋਜੀਸ਼ਨ ਕੀ ਆ? ਇਹ ਰਿਚ ਹੁੰਦੀ ਆ ਸੋਲੇਬਲ ਸਾਲਟਸ ਦੇ ਨਾਲ, ਕੰਟੇਨ ਕਰਦੀ ਆ ਪਰਸੈਂਟੇਜ ਵਿੱਚ ਕੈਲਸ਼ੀਅਮ ਕਾਰਬੋਨੇਟ, ਅਤੇ ਪੂਅਰ ਹੈਗੀ ਆ ਇਹਦੇ ਵਿੱਚ ਨਾਈਟ੍ਰੋਜਨ ਦੀ। ਕਰੈਕਟਰਿਸਟਿਕਸ ਕੀ ਹੈ? 92% ਜਿਹੜਾ ਏਰੀਆ ਵਾ ਇਹਦੇ ਵਿੱਚ ਕਾਫੀ ਜ਼ਿਆਦਾ ਸੈਲਟੀ ਹੁੰਦਾ ਅਤੇ ਕਲੇ ਹੁੰਦੇ ਆ, ਅਤੇ ਕੰਟਰੀਬਿਊਟ ਕਰਦੀ ਆ ਡਿਫਰੈਂਟ ਚੀਜ਼ਾਂ ਵਿੱਚ। ਇਹ ਸਮਰ ਦੇ ਵਿੱਚ, ਮੌਨਸੂਨ ਦੇ ਵਿੱਚ ਬਿਲੋ ਕਰ ਜਾਂਦੀ ਹੈ, ਯਾਨੀ ਕਿ ਜ਼ਿਆਦਾਤਰ ਇਹ ਗੁਜਰਾਤ ਜਾਂ ਹੋਰ ਏਰੀਆਜ਼ ਦੇ ਵਿੱਚ ਵੀ ਚਲੀ ਜਾਂਦੀ ਆ। ਕ੍ਰੌਪਸ ਕਿਹੜੀਆਂ ਹੁੰਦੀਆਂ ਨੇ? ਇਹ ਘੱਟ ਸਿੰਜਾਈ ਦੇ ਕਾਰਨ ਹੋਣ ਕਰਕੇ ਇਹਦੇ ਵਿੱਚ ਜਵਾਰ, ਬਾਜਰਾ, ਕਾਟਨ, ਬੀਟਸ ਜਾਂ ਸ਼ੂਗਰਕੇਨ ਇਹੋ ਜਿਹੇ ਦੇਖਣ ਨੂੰ ਮਿਲ ਜਾਂਦੀ ਆ। ਸੈਲਕੀਨ ਜਾਂ ਐਲਕੀਨ। ਸੈਲਕੀਨ ਅਤੇ ਐਲਕੀਨ ਜਿਹੜੀਆਂ ਸੋਇਲ ਕਵਰ ਕੀਤੀਆਂ ਜਾਂਦੀਆਂ ਏਰੀਆ ਵਿੱਚ 1.353 ਲੱਖ ਕਿਲੋ ਸਕੁਅਰ ਮੀਟਰ ਏਰੀਆ ਵਿੱਚ, ਇਹ ਇੰਟੀਰੀਅਰ ਏਰੀਆ ਵਿੱਚ ਦੇਖਣ ਨੂੰ ਮਿਲਦੀਆਂ ਨੇ। ਅਤੇ ਇਹਦਾ ਓਰੀਜਨ ਕਿੱਥੇ ਹੁੰਦਾ ਹੈ? ਸਮਾਲ ਸਟੇਟਸ ਦੇ ਵਿੱਚ, ਜਿਵੇਂ ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ, ਸਾਊਥਰਨ ਪਾਰਟਸ ਆਫ ਦੀ ਪੰਜਾਬ, ਅਤੇ ਸਮਾਲ ਪੋਕਿਟਸ ਦੇ ਵਿੱਚ ਇਹ ਦੇਖਣ ਨੂੰ ਮਿਲ ਜਾਂਦੀ ਆ।
ਕੈਮੀਕਲ ਕੰਪੋਜੀਸ਼ਨ ਕੀ ਹੈ ਇਹਦੇ ਵਿੱਚ, ਕੈਮੀਕਲ ਦੇ ਵਿੱਚ ਸੋਡੀਅਮ ਕੰਟੀਨੈਂਟਸ ਤੇ ਹੈਵ ਆ ਲੌਂਗ ਅਮਾਊਂਟ ਆਫ ਟੂ ਦੀਆਂ ਕੈਲਸ਼ੀਅਮ, ਮੈਗਨੀਸ਼ੀਅਮ, ਨਾਈਟ੍ਰੋਜਨ, ਇਹੋ ਜਿਹੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ। ਐਲਕੀਨ ਸੋਇਲ ਦੇ ਵਿੱਚ ਕੈਲਸ਼ੀਅਮ ਤੇ ਨਾਈਟ੍ਰੋਜਨ ਦੀ ਕਮੀ ਹੁੰਦੀ ਹੈ। ਕਰੈਕਟਰਿਸਟਿਕਸ ਕੀ ਆ, ਇਹ ਇੰਟੀਰੀਅਰ ਏਰੀਆ ਦੇ ਵਿੱਚ ਦੇਖਣ ਨੂੰ ਮਿਲਦੀ ਆ ਤੇ ਇਹਦਾ ਓਰੀਜਨ ਜਿਹੜਾ ਹੁੰਦਾ ਪੂਅਰ ਡਰੇਨੇਜ ਤੇ ਹਾਈ ਸਬ ਸੋਇਲ ਵਾਟਰ ਟੇਬਲ ਦੇ ਵਿੱਚੋਂ ਹੁੰਦਾ ਵਾ। ਇੰਪੋਰਟੈਂਸ ਕੀ ਹੈ, ਇੰਪਰੂਵਡ ਕਰਦੀ ਆ ਸਾਡੀ ਜਿਹੜੀ ਮੈਥਡ ਆਫ ਇਮੀਗ੍ਰੇਸ਼ਨਸ ਤੇ ਇਹ ਐਪਲੀਕੇਬਲ ਹੁੰਦੀ ਆ ਲੈਮ ਤੇ ਗਲਿਮਸਮ ਤੋਂ ਥਰੂ। ਤਾਂ ਇਹ ਇੰਪਰੂਵ ਕਰਦੀ ਆ ਜਿਹੜੀਆਂ ਕਈ ਤਰ੍ਹਾਂ ਦੀਆਂ ਕ੍ਰੌਪਸ ਉਗਦੀਆਂ ਜਿਵੇਂ ਵੀਨਸੀਨਸ, ਰਾਈਜ਼, ਸ਼ੂਗਰਕੇਨ, ਇਹੋ ਜਿਹੀਆਂ ਚੀਜ਼ਾਂ ਬਣ ਜਾਂਦੀਆਂ ਨੇ। ਪੀਟੀ ਐਂਡ ਮੈਸੀ ਸੋਇਲ, ਇਹ ਜਿਹੜੀ ਸੋਇਲ ਆ ਇਹ ਹਿਊਮਸ ਏਰੀਆ ਦੇ ਵਿੱਚ ਜ਼ਿਆਦਾ ਮਿਲਦੀ ਹੈ। 1500 ਕਿਲੋਮੀਟਰ ਸਕੁਏਅਰ ਕਿਲੋਮੀਟਰ ਏਰੀਆ ਦੇ ਵਿੱਚ ਚਲੀ ਜਾਂਦੀ ਆ ਇਹ। ਸੁੰਦਰਬਨ ਜਾਂ ਕੋਸਟਲ ਏਰੀਆ, ਉੜੀਸਾ, ਇਹੋ ਜਿਹੇ ਏਰੀਆ ਦੇ ਵਿੱਚ ਦੇਖਣ ਨੂੰ ਮਿਲ ਜਾਂਦੀ ਆ। ਫਿਰ ਉਸ ਤੋਂ ਬਾਅਦ ਆ ਜਾਂਦੀ ਆ ਮਾਊਂਟੇਨ ਸੋਇਲ, ਜਿਹੜੀ ਮਾਊਂਟੇਨਸ ਦੇ ਉੱਤੇ ਮਿਲਦੀ ਆ, ਠੀਕ ਹੈ ਜੀ, ਜਿਹਦੇ ਵਿੱਚ ਮਾਊਂਟੇਨੀ ਏਰੀਆ ਆਉਂਦਾ ਵਾ। ਅਤੇ ਕੰਟਰੀ ਦੇ ਵਿੱਚ ਜਿਹੜਾ ਮਾਊਂਟੇਨ ਏਰੀਆ ਨੇ ਉਹਨਾਂ ਵਿੱਚ ਮਿਲਦੀ ਹੈ। ਜ਼ਿਆਦਾਤਰ ਇਹਦੇ ਸੈਂਟੀਮੀਟਰ ਹੁੰਦੇ, ਇੱਕ ਫਿਊ ਸੈਂਟੀਮੀਟਰ ਤੋਂ ਲੈ ਕੇ 2 ਸੈਂਟੀਮੀਟਰ ਤੱਕ ਇਹ ਦੇਖਣ ਨੂੰ ਮਿਲ ਜਾਂਦੀ ਆ। ਅਤੇ ਇਹਦੇ ਵਿੱਚ ਸੈਂਡਸ ਜਾਂ ਹੋਰ ਔਰਗੈਨਿਕ ਮਟੀਰੀਅਲ ਬਹੁਤ ਜ਼ਿਆਦਾ ਹੁੰਦੇ ਆ ਅਤੇ ਆਇਰਨ ਦੀ ਰਿਚ ਹੁੰਦੀ ਆ, ਠੀਕ ਹੈ ਜੀ। ਉਸ ਤੋਂ ਬਾਅਦ ਸੋਇਲ ਇਰੀਸ਼ਨ ਕੀ ਹੁੰਦਾ, ਸੋਇਲ ਇਰੀਸ਼ਨ ਤੁਹਾਨੂੰ ਪਤਾ ਵਾ ਵੀ ਜਿਹਦੇ ਮਿੱਟੀ ਦੀ ਉਪਜਾਊ ਪਰਤ ਜਿਹੜੀ ਆ ਉਹ ਰੋੜ ਕੇ ਲੈ ਕੇ ਜਾਈ ਜਾਂਦੀ ਆ ਕਿਸੇ ਕੁਦਰਤੀ ਕਾਰਨ ਕਰਕੇ, ਜਿਵੇਂ ਪਾਣੀ ਹੋ ਗਿਆ, ਵਿੰਡਸ ਹੋ ਗਿਆ, ਗਲੇਸ਼ੀਅਰ, ਇਹਨਾਂ ਦੇ ਕਰਕੇ ਜਿਹੜੀ ਹੁੰਦੀ ਆ ਉਹਨੂੰ ਸੋਇਲ ਇਰੀਸ਼ਨ ਕਿਹਾ ਜਾਂਦਾ ਵਾ। ਇਹ ਕਿੰਨੇ ਤਰ੍ਹਾਂ ਦੀ ਹੁੰਦੀ ਆ, 3 ਤਰ੍ਹਾਂ ਦੀ ਹੁੰਦੀ ਆ। ਜਿਵੇਂ ਸ਼ੀਟ ਇਰੀਸ਼ਨਸ, ਇਹਦੇ ਵਿੱਚ ਕੀ ਹੁੰਦਾ ਵਾ, ਇੱਕ ਸ਼ੀਟ ਜਿਹੜੀ ਉੱਪਰਲੀ ਲੇਅਰ ਹੁੰਦੀ ਆ ਉਹਨੂੰ ਲੈ ਕੇ ਚਲੀ ਜਾਂਦੀ ਆ ਹਵਾ ਜਾਂ ਰਨਿੰਗ ਵਾਟਰ। ਮਿਲ ਇਰੀਸ਼ਨ, ਇਹਦੇ ਵਿੱਚ ਜਿਹੜੀ ਹੁੰਦੀ ਆ ਹੈਵੀ ਰੇਨਫਾਲ ਜਾਂ ਹੈਵੀ ਫਲੋ ਆਫ ਸਮਾਲ ਚੈਨਲ ਜਿਹੜੇ ਆ, ਕੋਈ ਇੱਕ ਮਿੱਟੀ ਦੇ ਵਿੱਚ ਛੋਟੀ ਜਿਹੀ ਵੱਟ ਜਿਹੀ ਬਣਾ ਕੇ ਉਹਦੇ ਵਿੱਚ ਲੈ ਕੇ ਜਾਇਆ ਜਾਂਦਾ ਪਾਣੀ, ਤਾਂ ਇਹਦੇ ਨਾਲ ਮਿੱਟੀ ਬਹੁਤ ਜ਼ਿਆਦਾ ਰੁੜ ਜਾਂਦੀ ਆ, ਤਾਂ ਇਹ ਵੀ ਅਰਾਈਜ਼ ਹੋ ਜਾਂਦਾ। ਬੈਡਲੈਂਡ ਜਾਂ ਗੁਲੀ ਇਰੀਸ਼ਨਸ, ਇਹਦੇ ਵਿੱਚ ਜਿਹੜਾ ਹੁੰਦਾ ਵਾ ਏਰੀਆ ਜਿਹੜਾ ਹੁੰਦਾ ਡੀਪ ਰੀਨਸ ਬਣ ਜਾਂਦਾ ਵਾ, ਜਿਹਦੇ ਕਰਕੇ ਪਾਣੀ ਜਾਂ ਹਵਾ ਦੇ ਪੈਣ ਦੇ ਕਰਕੇ ਪਾਣੀ ਜਾਂ ਹਵਾ ਦੇ ਨਾਲ ਇਹ ਰੁੜ ਕੇ ਲੈ ਜਾਂਦੀ ਆ। ਏਰੀਆ ਕਿਹੜਾ ਵਾ ਰੀਸ਼ਨਸ ਦਾ, ਬਹੁਤ ਸਾਰੇ ਏਰੀਆ ਨੇ ਜਿਵੇਂ ਹਿਮਾਲਿਆ ਦੇ ਕੋਲ ਜਿਹੜੇ ਨੈਚੁਰਲ ਵੈਜੀਏਸ਼ਨ ਨੇ ਉਹਨਾਂ ਕਰਕੇ ਹੋ ਜਾਂਦੀ ਆ। ਹੁਸ਼ਿਆਰਪੁਰ, ਰੋਪੜ ਡਿਸਟ੍ਰਿਕਟ, ਜਿਵੇਂ ਪੰਜਾਬ, ਯਮੁਨਾ ਨਗਰ, ਚੰਬਲ, ਇਹੋ ਜਿਹੇ ਏਰੀਏ ਵਿੱਚ ਹੁੰਦੀ ਆ। ਜਾਂ ਸਾਊਥਰਨ ਪੰਜਾਬ, ਹਰਿਆਣਾ, ਈਸਟਰਨ ਗੁਜਰਾਤ, ਰਾਜਸਥਾਨ, ਈਸਟਰਨ, ਵੈਸਟਰਨ ਉੱਤਰ ਪ੍ਰਦੇਸ਼, ਇਹੋ ਜਿਹੇ ਏਰੀਆ ਵਿੱਚ ਹੁੰਦੀ ਆ। ਨਾਰਥਰਨ ਈਸਟਰਨ ਸਟੇਟਸ ਜਿਹੜੀਆਂ ਨੇ, ਵੈਸਟ ਬੰਗਾਲ, ਡਿਊ ਟੂ ਇਰੀਸ਼ਨ ਆਫ ਦੀ ਹੈਵੀ ਰੇਨਫਾਲ। ਅਤੇ ਸਾਊਥਰਨ ਈਸਟਰਨ ਇੰਡੀਆ ਦੇ ਵਿੱਚ ਸੋਇਲ ਇਰੀਸ਼ਨ ਟੇਕ ਪਲੇਸ ਡਿਊ ਟੂ ਦੀ ਸਟੀਫਰ ਸਲੋਪ ਅਤੇ ਹਾਈ ਰੇਨਫਾਲ ਦੇ ਕਰਕੇ ਦੇਖਣ ਨੂੰ ਮਿਲਦੀ ਆ। ਕਾਜ਼ ਬਹੁਤ ਸਾਰੇ ਕਾਰਨ ਨੇ ਜਿਹਦੇ ਕਰਕੇ ਹੁੰਦੀ ਹੈ, ਜਿਵੇਂ ਥੰਡਰ ਵਾਟਸ ਹੋ ਗਿਆ, ਸੋ ਸਟੋਮਸ ਹੋ ਗਿਆ, ਹੈਵੀ ਰੇਨਫਾਲ ਹੋ ਗਿਆ, ਪਾਣੀ ਦੇ ਕਰਕੇ ਹੋ ਗਿਆ, ਜਾਂ ਜਾਨਵਰਾਂ ਦੀ ਜ਼ਿਆਦਾ ਚਰਾਈ ਕਰਕੇ। ਬਹੁਤ ਸਾਰੇ ਅਜਿਹੇ ਰੀਜਨ ਨੇ ਜਿਹਦੇ ਸੋਇਲ ਇਰੀਸ਼ਨ ਬਣ ਜਾਂਦੇ ਆ। ਸੋਇਲ ਕੰਜ਼ਰਵੇਸ਼ਨ ਵੀ, ਸਾਨੂੰ ਸੋਇਲ ਜਿਹੜੀ ਆ ਉਹ ਸਭ ਨੂੰ ਪਤਾ ਵੀ ਇੱਕ ਪ੍ਰੀਸ਼ੀਅਸ ਰਿਸੋਰਸ ਆ। ਇਹ ਕੀ ਆ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਟਰਾਂਸਪੋਰਟ ਹੋ ਜਾਂਦੀ ਆ ਵਿੰਡਸ ਜਾਂ ਪਾਣੀ ਦੇ ਨਾਲ। ਸਾਨੂੰ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹਦੇ ਲਈ ਇੱਕ ਬੋਰਡ ਬਣਾਇਆ ਗਿਆ ਸੀਗਾ ਇਹਦੇ ਲਈ ਇੱਕ ਬੋਰਡ ਬਣਾਇਆ ਗਿਆ ਸੀ ਜਿਹਦੇ ਨਾਲ ਸੋਇਲ ਇਰੀਸ਼ਨ ਨੂੰ ਕੰਟਰੋਲ ਕੀਤਾ ਜਾਵੇ। ਸੈਂਟਰਲ ਸੋਇਲ ਕੰਜ਼ਰਵੇਸ਼ਨ ਬੋਰਡਸ 1953 ਦੇ ਵਿੱਚ, ਅਤੇ ਗੌਰਮੈਂਟ ਨੇ ਸੋਇਲ ਟੈਸਟਿੰਗ ਅਤੇ ਲੈਬੋਰਟਰੀ ਬਣਾਈਆਂ ਗਈਆਂ ਤਾਂ ਜੋ ਕੀ ਆ ਵੀ ਜਿਹੜੀ ਸੋਇਲ ਦੇ ਵਿੱਚ ਜੋ ਵੀ ਪ੍ਰੋਬਲਮਸ ਆਉਂਦੀਆਂ ਉਹਨਾਂ ਨੂੰ ਕੰਟਰੋਲ ਕੀਤਾ ਜਾ ਸਕੇ ਅਤੇ ਉਹਦੀ ਜਿਹੜੀਆਂ ਵੀ ਜ਼ਰੂਰਤਾਂ ਨੇ ਉਹਨੂੰ ਪੂਰਾ ਕੀਤਾ ਜਾ ਸਕੇ। ਤਾਂ ਇਸ ਅਕੋਰਡਿੰਗ ਜਿਹੜੀ ਆ ਸੋਇਲ ਕੰਜ਼ਰਵੇਸ਼ਨ ਜਿਹੜੀ ਆ ਉਹ ਗੌਰਮੈਂਟ ਕਰ ਰਹੀ ਆ। ਇਹ ਸੀਗਾ ਅੱਜ ਦਾ ਸੈਸ਼ਨ, ਜਿਹਦੇ ਵਿੱਚ ਅੱਜ ਅਸੀਂ ਅੱਧਾ ਘੰਟਾ ਪੂਰੀ ਗੱਲ ਕੀਤੀ, ਜਿਹਦੇ ਵਿੱਚ ਅਸੀਂ ਇਸ ਚੈਪਟਰ ਨੂੰ ਪੂਰਾ ਡੀਪਲੀ ਸਟੱਡੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮੈਂ ਸ਼ਾਰਟ ਫਾਰਮ ਦੇ ਵਿੱਚ ਪੂਰਾ ਚੈਪਟਰ ਸਮਝਾਉਣ ਦੀ ਕੋਸ਼ਿਸ਼ ਕੀਤੀ। ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਜ਼ਰੂਰ ਲਾਈਕ ਕਰਿਓ ਅਤੇ ਮੇਰੇ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ। ਜਸਟ ਡੂ ਇਟ ਫॉर ਬ੍ਰਾਈਟ ਫਿਊਚਰ। ਥੈਂਕਸ ਫॉर ਵਾਚਿੰਗ ਮਾਈ ਚੈਨਲ ਐਂਡ ਸਬਸਕ੍ਰਾਈਬ ਮਾਈ ਚੈਨਲ ਜਸਟ ਡੂ ਇਟ ਫॉर ਬ੍ਰਾਈਟ ਫਿਊਚਰ। ਥੈਂਕਸ ਲੋਟ ਵਾਚਿੰਗ ਫॉर ਮਾਈ ਸੈਸ਼ਨ।